मैं की लेना जी के प्रेम प्याला पी के हुआ मत वाला जी तेरा। मैं की लेना जी के प्रेम प्याला पी के हुआ मत वाला जी तेरा। प्याला पी के हुआ मत बाला तेरा। मैं की लेना के प्रेम प्याला पी के हुआ मत बाला तेरा। लेना के प्रेम प्याला पी के हुआ मत बाला तेरा। मैं की लेना जी के प्रेम प्याला पी के हुआ मत बाला तेरा। तैनू कहंदे कलगियां वाला सौगा तू इंतजार रखवाला तेरे नाम दी फेरा वाला कट्टो 84 दा गेड़ा। के प्रेम प्याला पी के हुआ मत वाला तेरा। हाँ मैं की लेना जी के प्रेम प्याला पी के हुआ मत बाला तेरा। मैं की लेना जी के प्रेम प्याला पी के हुआ मत बाला तेरा। मैं की लेना जी के प्रेम प्याला पी के हुआ मत वाला तेरा। मिल जे तेग तेरी दा कासा होवे सुरगां दे विच वासा कट्टो 84 दा गेड़ा। लेना जी के प्रेम प्याला पी के हुआ मत वाला तेरा। मैं की लेना जी के प्याला पी के हुआ मत बाला तेरा। लेना जी के प्रेम प्याला पी के हुआ मत बाला तेरा। मैं की लेना जी के प्रेम प्याला पी के हुआ मत बाला तेरा। सच्चे पातशाह महाराज जी दे उस पावन पवित्र खजाने विचों कुछ वस्तुआं नाम दियां लैण वास्ते असीं तुसीं सारे रल मिल के पहुंचे हाँ। गुरु जी दा एडा वड्डा खजाना है जिहदे विचों अज एक नहीं दो नहीं लखां नहीं करोड़ां अरबां दे हिसाब दे नाल उस खजाने विचों नाम दियां दातां लै रहे ने। पर उस खजाने विचों दात लैण वास्ते महाराज जी कहंदे एक नुकता है। ये विद्वान दी कलम है। खजाने भरे पे ने मालिक दे पर जे किते तू कहें भी फोन ते मैनू दे दिओ ਜਾਂ ਕਿਸੇ ਨੂੰ ਕਹਿ ਦੇ ਵੀ ਤੂੰ ਲਿਆ ਦੀ ਥੋੜਾ ਜਿਹਾ ਮੈਨੂੰ ਵੀ ਉੱਥੋਂ ਸਮਾਨ। ਮਹਾਰਾਜ ਜੀ ਕਹਿਣ ਲੱਗੇ ਇਸ ਤਰ੍ਹਾਂ ਨਹੀਂ ਪ੍ਰਾਪਤ ਹੁੰਦੇ। ਖਜ਼ਾਨੇ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭਰੇ ਪਏ ਨੇ। ਭਰੇ ਖਜ਼ਾਨੇ ਸਾਹਿਬ ਦੇ ਸਾਹਿਬ ਅਕਾਲ ਪੁਰਖ ਗੁਰੂ ਨਾਨਕ ਦੇਵ ਮਹਾਰਾਜ ਜੀ। ਮਹਾਰਾਜ ਜੀ ਕਹਿਣ ਲੱਗੇ ਜਦੋਂ ਤੂੰ ਗੁਰੂ ਦੇ ਚਰਨਾਂ ਵਿੱਚ ਆ ਗਿਆ ਨੇ ਫਿਰ ਨੀਵਾਂ ਹੋ ਕੇ ਲੁੱਟ ਤੈਨੂੰ ਨਿਭਣਾ ਪਊਗਾ। ਦੇਖੋ ਜਿਹੜਾ ਬੰਦਾ ਨੀਵਾ ਹੋਣਾ ਸਿੱਖ ਗਿਆ ਨੀਵਾ ਹੋਣਾ ਜਾਣਦਾ ਹੈ ਉਹ ਲੁੱਟ ਲੈਂਦਾ ਹੈ।
ਇੱਕ ਮੋਹਰ ਹੁੰਦੀ ਹੈ, ਸਰਕਾਰੀ ਮੋਹਰ ਹੁੰਦੀ ਹੈ। ਜੇ ਹੁਣ ਉਹ ਮੋਹਰ ਨੂੰ ਇਸੇ ਤਰ੍ਹਾਂ ਹੀ ਸਰਕਾਰੀ ਮੋਹਰ ਨੂੰ ਆਪਦੇ ਹੰਕਾਰ ਚ ਮੈਂ ਸਰਕਾਰੀ ਮੋਹਰ ਹੈ, ਮੈਥੋਂ ਬਿਨਾਂ ਕੰਮ ਬਣਦਾ ਵੀ ਨਹੀਂ, ਕੰਮ ਉਹਦੇ ਬਿਨਾਂ। ਪਰ ਉਸ ਮੋਹਰ ਨੂੰ ਪੈਡ ਉੱਤੇ ਲਾ ਕੇ ਜਦੋਂ ਕਾਗਜ਼ ਉੱਤੇ ਲਾਵਾਂਗੇ ਨਾ, ਉਹ ਨੀਵੀਂ ਹੋ ਜਾਊ ਆਪਣੇ ਆਪ, ਐ ਥੱਲੇ ਨੂੰ ਮੂੰਹ ਕਰ ਲਊਗੀ। ਜਦੋਂ ਮੋਹਰ ਨੀਵੀਂ ਹੋ ਗਈ ਤੇ ਫਿਰ ਉਸ ਮੋਹਰ ਨੇ ਕਾਗਜ਼ ਉੱਤੇ ਲੱਗ ਜਾਣਾ ਤੇ ਕਿਸੇ ਦਾ ਕੰਮ ਸਵਰ ਜਾਣਾ। ਜਦੋਂ ਮੋਹਰ ਨੀਵੀਂ ਹੋ ਕੇ ਲੱਗ ਗਈ, ਅੱਗੇ ਉਦਾਹਰਣ ਦਿੰਦੇ ਨੇ ਰੱਬ ਦੇ ਫਕੀਰ, ਕਹਿੰਦੇ ਇੱਕ ਹੰਸ ਹੈ, ਸਭ ਤੋਂ ਵਧੀਆ ਜਾਨਵਰ ਹੈ ਹੰਸ। ਉਹ ਕਿੱਥੇ ਰਹਿੰਦੇ ਨੇ? ਮਾਨ ਸਰੋਵਰ ਤੇ ਚੁਗਦੇ ਮੋਤੀ ਨੇ। ਹੰਸਾਂ ਦਾ ਖਾਈਆ ਮੋਤੀ ਹੈ ਬਸ, ਨਾ ਉਹਨਾਂ ਨੂੰ ਕੋਈ ਮੱਕੀ, ਨਾ ਕਣਕ, ਨਾ ਜਵਾਰ, ਨਾ ਕੁਝ ਹੋਰ, ਕੁਛ ਨਹੀਂ ਖਾਂਦੇ, ਜਿਹੜਾ ਕੁਛ ਮਰਜ਼ੀ ਪਾ ਦਿਓ। ਉਹਨਾਂ ਦਾ ਹੰਸਾਂ ਦਾ ਜਿਹੜਾ ਮੋਤੀ ਚੁਗਣਾ ਹੈ, ਮਹਾਰਾਜ ਜੀ ਕਹਿੰਦੇ ਨਾ ਉਹ ਜਿਹੜੇ ਡੱਡਾਂ ਖਾਣ, ਨਾ ਮੱਛੀਆਂ ਖਾਣ, ਰਹਿੰਦੇ ਹੰਸ ਉਹਦੇ ਦੇ ਮਨ ਸਰੋਵਰਾਂ ਤੇ ਨੇ। ਬਗਲੇ ਵੀ ਉੱਥੇ ਹੀ ਰਹਿੰਦੇ ਨੇ, ਹੰਸ ਵੀ ਉੱਥੇ ਹੀ ਰਹਿੰਦੇ ਨੇ, ਚਿੱਟੇ ਰੰਗ ਦੇ ਹੁੰਦੇ ਨੇ ਦੋਨੋਂ ਹੀ। ਪਰ ਬਗਲੇ ਉਹ ਜਿਹੜਾ ਹੀਰੇ ਮੋਤੀ ਨਹੀਂ ਖਾ ਸਕਦੇ, ਉਹ ਡੱਡਾਂ ਤੇ ਮੱਛੀਆਂ ਹੀ ਖਾਣਗੇ। ਪਰ ਜਿਹੜਾ ਹੰਸ ਹੈ ਉਹ ਕੇਵਲ ਤੇ ਕੇਵਲ ਮੋਤੀ ਚੁਗਦਾ। ਮੋਤੀ ਉਹ ਸਰੋਵਰ ਨੂੰ ਪਤਾ ਹੈ, ਮਾਨ ਸਰੋਵਰ ਨੂੰ ਪਤਾ ਹੈ ਮੇਰੇ ਉੱਤੇ ਹੰਸ ਬੈਠੇ ਨੇ। ਉਹਨੇ ਪਾਣੀ ਦੀ ਛੱਲ ਇਹੋ ਜਿਹੀ ਮਾਰਨੀ ਹੈ, ਜਿੱਥੇ ਹੰਸ ਬੈਠਾ ਉੱਥੇ ਮੋਤੀ ਆਪਣੇ ਆਪ ਚਲੇ ਜਾਣੇ ਨੇ, ਉਹਨਾਂ ਨੇ ਚੁਗ ਲੈਣੇ ਨੇ। ਜੇ ਹੁਣ ਜਿਹੜਾ ਹੰਸ ਹੈ ਉਹ ਕਹੇ ਵੀ ਮੈਂ ਤਾਂ ਹੰਸ ਹੈ, ਸਭ ਤੋਂ ਵੱਡਾ ਸਰਮੌਰ ਹੈ, ਉਹ ਆਕੜ ਕੇ ਇਸੇ ਤਰ੍ਹਾਂ ਗਰਦਨ ਕਰਕੇ ਬੈਠਾ ਰਵੇ, ਮਹਾਰਾਜ ਜੀ ਕਹਿੰਦੇ ਉਹ ਮੋਤੀ ਉਹਦੇ ਮੂੰਹ ਵਿੱਚ ਨਹੀਂ ਪੈਂਦਾ, ਉਹ ਆਪਣੇ ਆਪ ਨਹੀਂ ਪੈਂਦਾ ਹੈ। ਉਸ ਮੋਤੀ ਨੂੰ ਚੱਖਣ ਵਾਸਤੇ ਉਸ ਹੰਸ ਨੂੰ ਆਪਣੀ ਗਰਦਨ ਨੀਵੀਂ ਕਰਨੀ ਪਵੇਗੀ, ਨੀਵਾਂ ਹੋਣਾ ਪਊਗਾ। ਉਸ ਮੋਤੀ ਦੇ ਅੱਗੇ ਆਪਣੀ ਗਰਦਨ ਨੀਵੀਂ ਕਰਨੀ ਪਊਗੀ। ਜਦੋਂ ਗਰਦਨ ਨੀਵੀਂ ਕਰ ਲਈ, ਮੁੱਖ ਉਸ ਮੋਤੀ ਕੋਲ ਚਲੇ ਗਿਆ, ਫਿਰ ਉਹਨੇ ਚੁਗ ਲੈਣਾ ਹੈ। ਹੰਸਾ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਵੇ। ਅੱਗੇ ਸਾਹਿਬ ਜੀ ਲਿਖਦੇ ਨੇ, ਹੁਣ ਗੁਰੂ ਘਰ ਦੀ ਗੱਲ ਆ ਗਈ, ਆਪਣੇ ਗੁਰੂ ਘਰ ਦੀ, ਸਾਰੇ ਗੁਰੂਆਂ ਦੀ ਆ ਗਈ। ਗੁਰੂ ਘਰ ਦੇ ਵਿੱਚ ਕੋਈ ਸੇਵਾ ਕਰਦਾ ਹੈ, ਤੇ ਮੈਂ ਬਹੁਤ ਪਿੱਛੇ ਅਰਜ਼ ਕਰਕੇ ਖੁੱਲੇ ਵਿਚਾਰਾਂ ਦੇ ਨਾਲ, ਗੁਰੂ ਅਮਰਦਾਸ ਮਹਾਰਾਜ ਜੀ ਨੇ 60 ਸਾਲ ਦੀ ਉਮਰ ਦੇ ਵਿੱਚ ਸੇਵਾ ਕਰੀ, 12 ਸਾਲ ਲਗਾਤਾਰ। ਮੱਥਾ ਰੋਜ਼ ਗੁਰੂ ਨੂੰ ਆ ਕੇ ਟੇਕਦੇ ਸੀ, ਪਰ 1 ਸਾਲ ਬਾਅਦ ਇਹੋ ਜਿਹਾ ਮੱਥਾ ਟੇਕਦੇ ਸੀ ਗੁਰੂ ਦੇ ਚਰਨਾਂ ਵਿੱਚ ਆ ਕੇ ਵੀ ਗੁਰੂ ਦੀ ਬਖਸ਼ਿਸ਼ ਮਿਲ ਜਾਂਦੀ ਸੀ ਉਹਨਾਂ ਨੂੰ। ਹੁਣ ਤੁਸੀਂ ਕਹੋ ਵੀ ਰੋਜ਼ ਮੱਥਾ ਟੇਕਦੇ ਬਖਸ਼ਿਸ਼ ਮਿਲਦੀ ਨਹੀਂ? ਮਿਲਦੀ ਹੈ। ਜਦੋਂ 1 ਸਾਲ ਪੂਰਾ ਹੋ ਜਾਂਦਾ, ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਬੁਲਾ ਲੈਂਦੇ, ਪੁਰਖਾ ਉਰੇ ਆ। ਹਾਂ ਮਹਾਰਾਜ, ਇੱਕ ਸਰੂਪਾ ਜਿਹੜੇ ਸਾਡੇ ਗਲ ਵਿੱਚ ਪਾਉਂਦੇ ਆ ਨਾ, ਜਦੋਂ ਗੁਰੂ ਦੀ ਬਖਸ਼ਿਸ਼ ਸਰੂਪਾ ਪਾਉਂਦੇ ਆ, ਬਸ ਇਹ ਹੈ ਵੀ ਉਹ ਇਹਦਾ ਭਾਵ ਇੰਨਾ ਕਿ ਬਰਕਤ ਵਾਲੇ ਹੱਥਾਂ ਦਾ ਪਾਇਆ ਹੋਇਆ ਸਰੂਪਾ, ਪਰ 1 ਸਾਲ ਕੰਮ ਕਰਦਾ ਸੀ ਬਰਕਤ ਵਾਲੇ ਹੱਥਾਂ ਦਾ। ਅੱਜ ਨਾ ਤਾਂ ਸਰੂਪਾ ਪਾਉਣ ਵਾਲੇ ਨੂੰ ਹੀ ਕਦਰ ਹੈ ਤੇ ਨਾ ਪਵਾਉਣ ਵਾਲੇ ਨੂੰ ਵੀ ਹੀ ਕਦਰ ਹੈ। ਉਹਨਾਂ ਨੇ ਕੀ ਸਮਝ ਲਿਆ? 2 ਮੀਟਰ ਦਾ ਕੱਪੜਾ ਪਾ ਦੋ ਇਕੱਠਾ ਜਿਹਾ ਕਰਕੇ ਬਸ। ਪਰ ਮਹਾਰਾਜ ਜੀ ਕਹਿੰਦੇ ਦੇਖੋ, ਗੁਰੂ ਦੀ ਗੋਦ ਅੰਦਰ ਜਿਹੜਾ ਸਰੂਪਾ ਪਾਉਂਦਾ ਉਹ ਹੱਥ ਤਾਹਾਂ ਚੁੱਕਦਾ ਹੈ, ਤੇ ਜਿਹਨੇ ਪਵਾਉਣਾ ਹੈ ਉਹਨੇ ਨੀਵੀਂ ਪਾਉਣੀ ਹੈ। ਗੁਰੂ ਅੱਗੇ ਗੁਰੂ ਦੀ ਬਖਸ਼ਿਸ਼ ਜਾਣ ਕੇ ਉਹਨੇ ਸਿਰ ਨੀਵਾਂ ਕਰਕੇ ਪਾਉਣਾ। ਜੇ ਕਿ ਆਕੜ ਕੇ ਧੌਣ ਖੜਾ ਕੇ ਖੜਾ ਰਹੇ, ਫਿਰ ਉਹ ਕਿਵੇਂ ਪਊਗਾ? ਨਹੀਂ ਨਾ ਪੈਣਾ। ਗੁਰੂ ਦੀ ਬਖਸ਼ਿਸ਼ ਸਮਝ ਕੇ ਉਹਨੇ ਫਿਰ ਸਿਰ ਨੀਵਾਂ ਕਰ ਦੇਣਾ। ਉਹ ਇਹ ਕੋਈ ਬਰਕਤ ਵਾਲੇ ਹੱਥਾਂ ਵਾਲਾ ਮੇਰੇ ਗਲ ਵਿੱਚ ਸਰੂਪਾ ਪਾ ਰਿਹਾ, ਗੁਰੂ ਦੀ ਬਖਸ਼ਿਸ਼ ਹੈ, ਇਹਦੇ ਹੱਥਾਂ ਵਿੱਚ ਬਰਕਤ ਹੈ ਤੇ ਗੁਰੂ ਦੇ ਸਰੂਪੇ ਵਿੱਚ ਵੀ ਬਰਕਤ ਹੈ। ਫਿਰ ਉਹਨੇ ਨੀਵਾਂ ਹੋ ਕੇ ਸਿਰ ਨੀਵਾਂ ਕਰਕੇ ਨਾ ਗੁਰੂ ਦੀ ਬਖਸ਼ਿਸ਼ ਅੱਗੇ 2 ਮੀਟਰ ਦਾ ਕੱਪੜਾ ਨਹੀਂ ਵੀ ਦੁਕਾਨ ਤੋਂ ਲਿਆਂਦਾ, ਅੱਜ ਤਾਂ ਦੁਨੀਆ ਦੇ 2 ਮੀਟਰ ਦਾ ਕੱਪੜਾ ਹੀ ਸਮਝ ਲਿਆ, ਪਾ ਲਿਆ। ਉਸੇ ਵਕਤ ਨਾਲ ਦੀ ਨਾਲ ਲਾ ਕੇ ਦੂਜੇ ਨੂੰ ਆਪਣੀ ਕਰੋ ਬਈ ਮਾਰੀ ਲਾ ਕੇ ਗੁਰੂ ਦੀ ਬਖਸ਼ਿਸ਼।
ਭਾਵ ਮਾਫ ਕਰਿਓ ਦੋਨਾਂ ਨੂੰ ਹੀ ਕਦਰ, ਨਾ ਪਾਉਣ ਵਾਲੇ ਨੂੰ ਨਾ ਪਵਾਉਣ ਵਾਲੇ ਨੂੰ। ਪਰ ਗੁਰੂ ਅਮਰਦਾਸ ਮਹਾਰਾਜ ਤੋਂ ਪੁੱਛੋ ਇਹਦੀ ਕਿੰਨੀ ਕੁ ਜਿਹੜੀ ਕੀਮਤ ਹੈ। ਬਾਬਾ ਜੀ ਕਹਿੰਦੇ 1 ਸਾਲ ਬਾਅਦ 1 ਸਰੂਪਾ ਮਿਲਦਾ ਹੈ। 1 ਸਾਲ ਦੀ ਸੇਵਾ ਕਰਕੇ, ਭਾਂਡੇ ਮਾਂਜ ਕੇ, ਝਾੜੂ ਮਾਰ ਕੇ, ਭੁੱਖੇ ਰਹਿ ਕੇ 1 ਸਰੂਪਾ 1 ਸਾਲ ਬਾਅਦ ਮਿਲਦਾ ਸੀ ਤੇ ਉਹਨੂੰ ਗੁਰੂ ਦੀ ਬਖਸ਼ਿਸ਼ ਸਮਝ ਕੇ ਸਿਰ ਤੇ ਬੰਨ ਲੈਂਦੇ। 1 ਸਾਲ ਬੰਨੀ ਰੱਖਦੇ ਉਹਨੂੰ 1 ਸਾਲ। ਅਗਲੇ ਸਾਲ ਫੇਰ ਗੁਰੂ ਜੀ ਆਵਾਜ਼ ਮਾਰਦੇ, ਪੁਰਖਾ ਜਾ ਵੀ ਤੈਨੂੰ ਕੋਈ ਤੇਰਾ ਮਾਣ ਸਤਿਕਾਰ ਕਰੀਏ। ਤਨਖਾਹ ਨਹੀਂ ਸੀ ਦਿੰਦੇ ਵੀ ਲੈ ਤੇਰੇ ਅਕਾਊਂਟ 'ਚ ਇੰਨੇ ਪੈਸੇ ਜਮ੍ਹਾਂ ਕਰਾ ਦਿੰਨੇ, ਨਹੀਂ, ਆ ਜਾ ਗੁਰੂ ਦੀ ਬਖਸ਼ਿਸ਼। ਵੈਸੇ ਤਾਂ ਗੁਰੂ ਦੀ ਬਖਸ਼ਿਸ਼ ਇਹ ਹੈ ਸਿਰ ਤੋਂ, ਇਹਦਾ ਨਾਂ ਅਸਲ ਜਿਹੜਾ ਨਾ ਸਿਰ ਪਾਓ, ਸਿਰ ਤੋਂ ਲੈ ਕੇ ਪੈਰਾਂ ਤੱਕ ਕੱਜ ਦੇਣਾ, ਇਹਨੂੰ ਪੂਰੇ ਬਸਤਰ ਕਹਿੰਦੇ ਨੇ, ਸਿਰ ਪਾਓ। ਮਹਾਰਾਜ ਜੀ ਕਹਿਣ ਲੱਗੇ ਅੱਜ ਦੇ ਲੋਕਾਂ ਨੇ ਬਸ ਦੇਖਾ ਦੇਖੀ, ਉਹਨੇ ਪਾਤੇ ਆਪਾਂ ਵੀ ਪਾ ਦੋ, ਉਹਨੇ ਪਾਤੇ ਆਪਾਂ ਵੀ ਪਾ ਦੋ। ਪਰ ਮਹਾਰਾਜ ਜੀ ਕਹਿਣ ਲੱਗੇ ਸਿੱਖਾ ਕਿਤੇ ਬਰਕਤ ਵਾਲੇ ਹੱਥਾਂ ਦਾ ਸਰੂਪਾ ਪਾਇਆ ਹੋਵੇ। ਫਿਰ ਤਖਤਾ ਤੇ ਬਿਠਾਤਾ। 12 ਸਾਲ ਤੇ 12 ਸਰੂਪੇ ਪਏ। 1 ਸਾਲ ਬਾਅਦ 1, 12 ਦੇ 12 ਆਪਣੇ ਸਿਰ ਤੇ ਬੰਨ ਲਏ। 12 ਸਾਲ ਬੰਨੀ ਰੱਖੇ। ਇਹ ਮੇਰੇ ਗੁਰੂ ਦੀ ਬਖਸ਼ਿਸ਼ ਹੈ। ਉਹ ਮੇਰੇ ਗੁਰੂ ਨੇ ਆਪਣੇ ਬਰਕਤ ਵਾਲੇ ਹੱਥਾਂ ਨਾਲ ਮੈਨੂੰ ਦਿੱਤਾ ਹੈ। ਇਹਦੇ ਵਿੱਚ ਕਿੰਨੀਆਂ ਕੁ ਬਰਕਤਾਂ ਤੇ ਇੰਨੀਆਂ ਕੁ ਬਰਕਤਾਂ ਗੁਰੂ ਨੇ ਪਾ ਦਿੱਤੀਆਂ। 12 ਸਾਲਾਂ ਬਾਅਦ ਜਿਹੜੇ ਗੁਰੂ ਨੇ ਬਰਕਤ ਹੱਥਾਂ ਦੇ ਨਾਲ ਪਾ ਕੇ ਸਰੂਪਾ ਪਾਇਆ ਸੀ, ਅੱਜ ਉਹਨੇ ਕਹਿਤਾ ਆ ਜਾ ਮੇਰੇ ਵਾਲੇ ਤਖਤ ਤੇ ਬਹਿ ਜਾ, ਹੁਣ ਮੈਂ ਸੇਵਾ ਕਰਦਾ ਤੇ ਤੂੰ ਇਹਦੇ ਉੱਤੇ ਬਹਿ ਜਾ। ਤੇਰੀ ਉਮਰ ਭਾਵੇਂ 72 ਸਾਲ ਦੀ ਹੋ ਗਈ, ਬੈਠ ਇੱਧਰ ਆ ਕੇ। ਗੁਰੂ ਕਿਰਪਾ ਕਰਦਾ ਹੈ। ਪਰ ਅੱਜ ਕੇਰਾਂ ਚਲੋ ਗਲ ਵਿੱਚ ਪਾਇਆ, ਉਸ ਤੋਂ ਬਾਅਦ ਲਾ ਕੇ ਦੂਜੇ ਨੂੰ ਫੜਾਇਆ। 2 ਦਿਨ ਸਿਰ ਤੇ ਬੰਨਿਆ। ਤੀਜੇ ਕੁ ਦਿਨ ਉਹ ਜਿਹੜਾ ਨਾ ਸਾਡੇ ਮਹਾਂਪੁਰਖ ਸੁਣਾਉਂਦੇ ਹੁੰਦੇ, ਤੀਜੇ ਕੁ ਦਿਨ ਮੋਟਰਸਾਈਕਲ ਸਾਫ਼ ਕਰਿਆ। ਚੌਥੇ ਕੁ ਦਿਨ ਉਹਦੇ 2-4 ਟੁਕੜੇ ਕਰਕੇ ਮੋਟਰਸਾਈਕਲ ਦੇ ਬਾਅਦ ਉਹ ਤੋਂ ਬਾਅਦ ਉਹ ਜਿਹੜਾ ਜਦੋਂ ਖਰਾਬ ਹੋ ਗਿਆ ਚੱਕ ਕੇ ਚੁੱਲ੍ਹੇ ਵਿੱਚ ਦੇਤਾ। ਗੁਰੂ ਦੀ ਬਖਸ਼ਿਸ਼ ਗਈ, ਸਾਰੀ ਗਈ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ ਇਹ ਵੀ ਕਈ ਅਸੂਲ ਨੇ। ਜਿਵੇਂ ਹੁਣ ਨਿਹੰਗ ਸਿੰਘ ਨੇ, ਜਿਹੜਾ ਫਰਲੇ ਵਾਲਾ ਸਿੰਘ ਆ, ਉਹਨੂੰ ਕੋਈ ਸਰੂਪਾ ਨਹੀਂ ਦੇ ਸਕਦਾ। ਉਹਨਾਂ ਤਾਂ ਲੈਣ ਵਾਲੇ ਨੂੰ ਵੀ ਪਤਾ ਹੈਗਾ, ਹਾਂ ਉਹਨੇ ਵੀ ਸਿਰ ਨੀਵਾਂ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲੋਂ ਵੱਡੀ ਕੋਈ ਵੀ ਚੀਜ਼ ਨਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਨੇ। ਅੱਜ ਇਹਨਾਂ ਨਾਲੋਂ ਵੱਡੀ ਕੋਈ ਵੀ ਚੀਜ਼ ਨਹੀਂ। ਜਿਹਦੀ ਅਕਾਲ ਪੁਰਖ ਨਾਲ ਉਹ ਸੁਰਤ ਜੁੜੀ ਹੈ, ਫਰਲਾ ਬੰਨਿਆ ਜਿਹਦੇ, ਉਹ ਗੁਰੂ ਦਾ ਸਰੂਪ ਨਹੀਂ ਆਪਣੇ ਸਿਰ ਤੇ ਚੁੱਕ ਸਕਦਾ। ਸਰੂਪੇ ਦੀ ਗੱਲ ਤਾਂ ਇੱਕ ਪਾਸੇ ਰਹੀ। ਪਰ ਇਹ ਜਿਹੜੇ ਚਲੋ ਮਰਜ਼ਾਦਾ ਵਾਲਿਆਂ ਕੋਲ ਰਹੇ ਨੇ, ਜਾਂ ਪੜ੍ਹੀ ਹੈ ਜਾਂ ਕਿਸੇ ਤੋਂ ਕੁੱਟ ਖਾਧੀ ਹੈ, ਫਿਰ ਉਹ ਸਮਝ ਜਾਂਦੇ ਨੇ ਵੀ ਅਸੀਂ ਜਿਹੜਾ ਇਹ ਫਰਲੇ ਵਾਲਾ ਨਿਹੰਗ ਸਿੰਘ ਹੈ, ਇਹਨੂੰ ਅਸੀਂ ਸਰੂਪਾ ਨਹੀਂ ਦੇ ਸਕਦੇ। ਦੋਨੋਂ ਹੱਥਾਂ ਉੱਤੇ ਰੱਖ ਕੇ ਇਸ ਤਰ੍ਹਾਂ ਉਹਦੇ ਭੇਟ ਕਰ ਸਕਦੇ ਆ। ਕਿਉਂ? ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਭਾਵ ਉਹਦਾ ਸਿਰ ਕੇਵਲ ਤੇ ਕੇਵਲ ਗੁਰੂ ਦੇ ਅੱਗੇ ਝੁਕੇ। ਤੇ ਜੇ ਸਾਡੇ ਮਹਾਂਪੁਰਖ ਪਾਉਂਦੇ ਵੀ ਹੁੰਦੇ ਸੀ ਨਾ, ਉੱਪਰਲੇ ਪਾਸੇ ਦੀ ਗਰਦਨ ਦੇ ਘੁਮਾ ਕੇ ਫੇਰ ਪਾਉਂਦੇ ਹੁੰਦੇ, ਭਾਈ ਤੇਰਾ ਸਿਰ ਨਾ ਝੁਕੇ, ਤੇਰਾ ਸਿਰ ਕੇਵਲ ਤੇ ਕੇਵਲ ਅਕਾਲ ਦੇ ਅੱਗੇ ਝੁਕੇ। ਤੂੰ ਅਕਾਲ, ਤੂੰ ਮਹਾਕਾਲ ਹੈ। ਇੱਕ ਅਕਾਲ ਹੈ, ਇੱਕ ਮਹਾਕਾਲ ਹੈ। ਇਹ ਮਹਾਕਾਲ ਹੈ, ਤੇਰੀ ਤਾਰ ਸਿੱਧੀ ਪ੍ਰਮਾਤਮਾ ਦੇ ਨਾਲ ਜੁੜੀ ਹੋਈ ਹੈ। ਆਓ ਪਿਆਰ ਵਿੱਚ ਜੁੜਿਓ। ਜਿੱਥੇ ਗੁਰੂ ਦੀ ਬਖਸ਼ਿਸ਼ ਹੈ, ਉੱਥੇ ਆ ਕੇ ਸਾਡੇ ਕਰਮ ਵੀ ਗੁਰੂ ਦੀ ਚਰਨਾਂ ਦੇ ਵਿੱਚ ਸ਼ੁਭ ਬਣਦੇ ਨੇ। ਬਰਕਤ ਪੈਗੀ ਤੇ ਗੁਰੂ ਦੇ ਚਰਨਾਂ ਵਿੱਚ ਆ ਕੇ ਸਾਡੇ ਚੰਗੇ ਕਰਮ ਬਣ ਗਏ, ਚੰਗੇ ਕਰਮ। ਅੱਜ ਬਹੁਤੇ ਦੀ ਇਹ ਗੱਲ ਕਹਿੰਦੇ ਵੀ ਆ ਚਲੋ ਕਰਮ ਚੰਗੇ ਸੀ, ਮਿਲ ਗਈ ਜੀ ਆ ਵਸਤੂ ਇਹਦੀ। ਜੇ ਨਾ ਮਿਲੇ, ਇਹਦੇ ਮਾੜੇ ਕਰਮ ਹੋਣਗੇ ਤਾਂ ਕਰਕੇ ਨਹੀਂ ਕੋਈ ਵਸਤੂ ਮਿਲੀ ਹੈ। ਮਾਇਆ ਤੇ ਕਰਮ। ਇੱਕ ਦਿਨ ਜੰਗਲ ਵਿੱਚ ਬੈਠੇ ਇੱਕ ਲੱਕੜਹਾਰਾ ਜਾਂਦਾ ਹੈ ਲੱਕੜਾਂ ਕੱਟਣ ਵਾਸਤੇ। ਆਉਂਦਾ ਬੜਾ ਕੁਝ ਹੈ, ਬਹੁਤੇ ਅੱਜ ਬਹੁਤ ਮੈਨੂੰ ਮਿਲਦੇ ਨੇ ਤਕਰੀਬਨ। ਕੀ ਕਰੀਏ ਜੀ, ਆਉਂਦਾ ਬਹੁਤ ਕੁਝ ਹੈ ਪਰ ਖੜਦਾ ਨਹੀਂ, ਬਰਕਤ ਨਹੀਂ ਪੈਂਦੀ ਹੈ। ਮੈਂ ਕਿਹਾ ਬਰਕਤ ਲੈਣ ਵਾਸਤੇ ਤੈਨੂੰ ਗੁਰੂ ਦੇ ਚਰਨਾਂ ਵਿੱਚ ਆਉਣਾ ਪਊਗਾ। ਗੁਰੂ ਦੇ ਚਰਨਾਂ ਵਿੱਚ ਆ ਕੇ ਤੈਨੂੰ ਚੰਗੇ ਕਰਮ ਬਣਾਉਣੇ ਪੈਣਗੇ। ਜਦੋਂ ਤੇਰੇ ਚੰਗੇ ਤੇ ਸ਼ੁਭ ਕਰਮ ਬਣ ਗਏ, ਫਿਰ ਬਰਕਤਾਂ ਤਾਂ ਤੇਰੇ ਅੱਗੇ ਅੱਗੇ ਆਉਣਗੀਆਂ ਸਾਰੀਆਂ। ਤੂੰ ਫੜੇਗਾ, ਬਰਕਤਾਂ ਤੇਰੇ ਅੱਗੇ ਅੱਗੇ ਆਉਣਗੀਆਂ। ਹੁਣ ਲੱਕੜਹਾਰਾ ਮੋਢੇ ਤੇ ਕੁਹਾੜਾ ਰੱਖਿਆ, ਗਰੀਬੀ ਬਹੁਤ ਹੈ ਘਰ ਵਿੱਚ। ਲੱਕੜਾਂ ਦੀ ਭਰੀ ਲਿਆਉਂਦਾ ਹੈ, ਇੱਕ ਵੇਚ ਦਿੰਦਾ ਹੈ ਤੇ ਇੱਕ ਭਰੀ ਦੇ ਨਾਲ ਆਪਣੇ ਘਰ ਦਾ ਕੰਮ ਧੰਦਾ ਚਲਾ ਲੈਂਦਾ। ਬੱਚੇ ਵੀ ਨੇ। ਮਾਇਆ ਤੇ ਕਰਮ ਦੋਨੋਂ ਬੈਠੇ ਨੇ ਜੰਗਲ ਵਿੱਚ, ਆਪਸ ਵਿੱਚ ਵਿਚਾਰਾਂ ਕਰਦੇ ਨੇ।
ਮਾਇਆ ਨੇ ਆਖਿਆ ਮੈਂ ਵੱਡੀ ਹਾਂ, ਕਰਮ ਕਹਿੰਦੀ ਮੈਂ ਵੱਡਾ ਹਾਂ। ਪਰ ਪਿਆਰ ਵਿੱਚ ਆ ਕੇ ਦੋਨੋਂ ਜਦੋਂ ਆਪਸ ਵਿੱਚ ਵਿਚਾਰਾਂ ਕਰ ਰਹੇ ਨੇ, ਜਿਵੇਂ ਉਹ ਵਿਦਵਾਨ ਨੇ ਲਿਖਿਆ, ਤਕਦੀਰ ਕਹੇ ਤੁਸੀਂ ਸਾਰੇ ਝੂਠੇ, ਮੈਂ ਜੋ ਚਾਹਾਂ ਸੋ ਕਰਦੀ, ਪਰ ਮੈਂ ਕਹਿੰਦਾ ਮੇਰਾ ਵਾਹਿਗੁਰੂ ਵੱਡਾ, ਜਿਹਦੇ ਤਕਦੀਰ ਵੀ ਅੱਗੇ ਪਾਣੀ ਭਰਦੀ। ਵਾਹਿਗੁਰੂ ਸਭ ਤੋਂ ਵੱਡਾ ਹੈ। ਦੋਨੋਂ ਗੱਲਾਂ ਕਰਦਿਆਂ ਮਾਇਆ ਕਹਿਣ ਲੱਗੀ ਮੈਂ ਆਪਣਾ ਕੰਮ ਵਿਖਾ ਦਿੰਨੀ ਹੈ, ਕਰਮ ਕਹਿੰਦੇ ਮੈਂ ਆਪਣਾ ਕਰਮ ਵਿਖਾ ਦਿੰਨਾ। ਚਲੋ ਦੇਖੋ ਫਿਰ। ਆ ਲੱਕੜਹਾਰਾ ਹੁੰਦਾ, ਇੱਕ ਗਰੀਬ ਹੈ ਵਿਚਾਰਾ, ਲੱਕੜਾਂ ਦੀ ਭਰੀ ਵੇਚ ਕੇ ਇਹ ਗੁਜ਼ਾਰਾ ਕਰਦਾ, ਇੱਕ ਦੇ ਨਾਲ ਆਪਣੇ ਘਰ ਦਾ ਕੰਮ ਧੰਦਾ ਚਲਾਉਂਦਾ ਹੈ। ਮਾਇਆ ਨੇ ਇੱਕ ਸੋਨੇ ਦੀਆਂ ਸਵਰਨ ਮੋਹਰਾਂ ਦੀ ਥੈਲੀ ਅੱਗੇ ਸੁੱਟ ਦਿੱਤੀ ਲੱਕੜਹਾਰੇ ਦੇ। ਜਦੋਂ ਲੰਘਣ ਲੱਗਿਆ ਉਹਦੀ ਨਿਗਾਹ ਪਿਆ, ਦੇਖਿਆ ਸੋਨੇ ਦੀਆਂ ਮੋਹਰਾਂ ਨੇ ਕਿਸੇ ਸ਼ਾਹੂਕਾਰ ਦੀਆਂ ਡਿੱਗ ਪਈਆਂ ਹੋਣਗੀਆਂ। ਦੇਖਿਆ ਆਲਾ ਦਾਲਾ ਨਾ ਕੋਈ ਦਿਖਿਆ, ਉਹਨੇ ਸੋਨੇ ਦੀਆਂ ਮੋਹਰਾਂ ਦੀ ਥੈਲੀ ਚੁੱਕੀ ਆਪਣੇ ਘਰ ਚਲਿਆ ਗਿਆ। ਜਾ ਕੇ ਘਰ ਵਾਲੀ ਨੂੰ ਕਹਿਣ ਲੱਗੀ, ਉਹ ਕਹਿੰਦੀ ਲੱਕੜਾਂ ਨਹੀਂ ਲੈ ਕੇ ਅੱਜ, ਛੱਡ ਖਹਿੜਾ ਲੱਕੜਾਂ ਦਾ, ਦੇਖ ਆਪਾਂ ਨੂੰ ਸੋਨੇ ਦੀਆਂ ਮੋਹਰਾਂ, ਆ ਥੈਲੀ ਭਰੀ ਹੋਈ ਹੈ ਪੂਰੀ, ਕਿਸੇ ਸ਼ਾਹੂਕਾਰ ਦੀ ਜਾਂ ਰਾਜੇ ਮਹਾਰਾਜੇ ਦੀ ਡਿੱਗ ਪਈ ਹੋਣੀ ਹੈ ਤੇ ਆਪਾਂ ਨੂੰ ਮਿਲ ਗਈ, ਚੁੱਕ ਲਿਆਂਦੀ। ਉਹ ਕਹਿਣ ਲੱਗੀ ਠੀਕ ਹੈ ਰੱਖ, ਚਲੋ ਆਪਣਾ ਘਰ ਦਾ ਵਧੀਆ ਗੁਜ਼ਾਰਾ ਹੋਊਗਾ। ਇਹੀ ਹੈ ਨਾ ਦੌਲਤ ਗੁਜਰਾਨ ਹੈ, ਔਰਤ ਮਾਨ ਹੈ, ਪੁੱਤਰ ਨਿਸ਼ਾਨ ਹੈ। ਜਿਹੜਾ ਰੱਬ ਦਾ ਭਗਤ ਹੈ, ਨਾ ਉਹ ਹਿੰਦੂ ਤੇ ਨਾ ਮੁਸਲਮਾਨ ਹੈ। ਉਹ ਕੌਣ ਹੈ? ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਦੇ। ਉਹ ਕਹਿਣ ਲੱਗੀ ਚਲੋ ਸ਼ੁਕਰ ਹੈ, ਵਧੀਆ ਹੋਇਆ ਆਪਣੇ ਕਰਮਾਂ ਵਿੱਚ ਇਹ ਮਾਇਆ ਲਿਖੀ ਹੋਈ ਸੀ। ਉਹ ਕੰਮ ਧੰਦਾ ਕਰਨ ਲੱਗ ਪਏ। ਕੰਧ ਛੋਟੀ ਸੀ, ਨਾਲ ਦੀ ਗੁਆਂਢਣ ਨੇ ਵੇਖਿਆ ਇਹਨਾਂ ਨੂੰ ਮੋਹਰਾਂ ਦੀ ਥੈਲੀ ਕਿੱਥੋਂ ਮਿਲੀ ਹੈ। ਉਹ ਚੁੱਕ ਕੇ ਲੈ ਗਈ ਆਪਣੇ ਘਰ। ਲੱਕੜਹਾਰਾ ਜਦੋਂ ਆ ਕੇ ਵੇਖਿਆ ਮੋਹਰਾਂ ਦੀ ਥੈਲੀ ਕਿੱਥੇ ਆ, ਉਹ ਕਹਿੰਦੀ ਇੱਥੇ ਰੱਖੀ ਆ। ਉਹ ਕਹਿੰਦਾ ਮੈਂ ਇੱਥੇ ਰੱਖੀ ਸੀ, ਚਲੋ ਵੀ ਗਾਇਬ ਹੋ ਗਈ। ਦੋਨੇ ਫੇਰ ਪ੍ਰਮਾਤਮਾ ਦਾ ਸ਼ੁਕਰ ਕਰਨ ਵਾਲੇ ਸੀ। ਫੇਰ ਲੱਕੜਹਾਰਾ ਕਹਿਣ ਲੱਗਿਆ ਚਲੋ ਜਿਵੇਂ ਰੱਬ ਦਾ ਹੁਕਮ ਹੈ। ਅਗਲੇ ਦਿਨ ਉਹਨੇ ਮੋਢੇ ਉੱਤੇ ਕੁਹਾੜਾ ਧਰਿਆ ਤੇ ਚੱਲ ਪਿਆ ਫੇਰ ਲੱਕੜਾਂ ਲੈਣ ਵਾਸਤੇ। ਮਾਇਆ ਤੇ ਕਰਮ ਦੋਨੋਂ ਬੈਠੇ ਨੇ। ਉਹ ਕਹਿੰਦੇ ਆ ਆਉਂਦਾ ਤੇਰਾ ਭਗਤ। ਕਰਮ ਕਹਿਣ ਲੱਗੇ ਮਾਇਆ ਨੂੰ, ਆ ਤੇਰਾ ਭਗਤ ਆਉਂਦਾ, ਕੱਲ ਤਾਂ ਸੋਨੇ ਦੀਆਂ ਮੋਹਰਾਂ ਦਿੱਤੀਆਂ ਸੀ ਤੇ ਇਹ ਉਹਦੇ ਨਾਲ ਤਾਂ ਰੱਜਿਆ ਨਹੀਂ ਹੈ, ਅੱਜ ਫੇਰ ਆਉਂਦਾ ਤੁਰਿਆ, ਘਾੜਾ ਮੋਢੇ ਉੱਤੇ ਰੱਖਿਆ ਹੋਇਆ। ਮਾਇਆ ਕਹਿਣ ਲੱਗੀ ਚਲੋ ਅੱਜ ਵੀ ਮੈਂ ਦੇਖ ਲੈਂਦੀ ਹਾਂ ਕਰਕੇ। ਕਰਮ ਮੈਂ ਅਰਜ਼ ਕਰਦਾ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਨਾ, ਚੰਗੇ ਕਰਮ ਬਣਦੇ ਨੇ ਤੇ ਕੁਝ ਕੁ ਬਣਾਉਣੇ ਪੈਂਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਾਣੀ ਹੈ, ਸ਼ਬਦ ਹਜ਼ਾਰੇ ਉਹਨਾਂ ਵਿੱਚ ਲਿਖਿਆ, ਬਿਨ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ ਧਾਵੈ। ਕਹਿੰਦੇ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਨਾ ਮਹਾਰਾਜ ਜੀ ਨੇ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਮੋਹਰ ਲਾ ਕੇ ਆਖਿਆ, ਬਿਨ ਕਰਮਾ ਕਿਛ ਪਾਈਐ ਨਾਹੀ, ਕਰਮ ਬਣਾਉਣੇ ਪੈਂਦੇ ਨੇ। ਬਿਨ ਕਰਮਾ ਕਿਛ ਪਾਈਐ ਨਾਹੀ, ਕਰਮ ਬਣਾਉਣੇ ਪੈਂਦੇ ਨੇ। ਬਿਨ ਕਰਮਾ ਕਿਛ ਪਾਈਐ ਨਾਹੀ, ਕਰਮ ਬਣਾਉਣੇ ਪੈਂਦੇ ਨੇ। ਬਿਨ ਕਰਮਾ ਕਿਛ ਪਾਈਐ ਨਾਹੀ, ਕਰਮ ਬਣਾਉਣੇ ਪੈਂਦੇ ਨੇ। ਬੋਲੋ ਬਿਨ ਕਰਮਾ ਕਿਛ ਪਾਈਐ ਨਾਹੀ, ਕਰਮ ਬਣਾਉਣੇ ਪੈਂਦੇ ਨੇ। ਬਿਨ ਕਰਮਾ ਕਿਛ ਪਾਈਐ ਨਾਹੀ, ਕਰਮ ਬਣਾਉਣੇ ਪੈਂਦੇ ਨੇ। ਕਰਮ ਬਣਾਉਣੇ ਪੈਂਦੇ ਨੇ ਜੀ, ਕਰਮ ਬਣਾਉਣੇ ਪੈਂਦੇ ਨੇ। ਬਣਾਉਣੇ ਪੈਂਦੇ ਨੇ, ਕਰਮ ਬਣਾਉਣੇ ਪੈਂਦੇ ਨੇ। ਬਣਾਉਣੇ ਪੈਂਦੇ ਨੇ, ਕਰਮ ਬਣਾਉਣੇ ਪੈਂਦੇ ਨੇ। ਬਣਾਉਣੇ ਪੈਂਦੇ ਨੇ, ਕਰਮ ਬਣਾਉਣੇ ਪੈਂਦੇ ਨੇ। ਕਰਮ ਬਣਾਉਣੇ ਪੈਂਦੇ ਨੇ। ਬਣਾਉਣੇ ਪੈਂਦੇ ਨੇ, ਕਰਮ ਬਣਾਉਣੇ ਪੈਂਦੇ ਨੇ। ਬਿਨ ਕਰਮਾ ਕਿਛ ਪਾਈਐ ਨਾਹੀ, ਕਰਮ ਬਣਾਉਣੇ ਪੈਂਦੇ ਨੇ।
ਬਿਨ ਕਰਮਾਂ ਕਿਛ ਪਾਈਐ ਨਾਹੀ ਕਰਮ ਬਣਾਉਣੇ ਪੈਂਦੇ ਨੇ ਬਿਨ ਕਰਮਾਂ ਕਿਛ ਪਾਈਐ ਨਾਹੀ ਕਰਮ ਬਣਾਉਣੇ ਪੈਂਦੇ ਨੇ ਬਿਨ ਕਰਮਾਂ ਕਿਛ ਪਾਈਐ ਨਾਹੀ ਕਰਮ ਬਣਾਉਣੇ ਪੈਂਦੇ ਨੇ ਬਿਨ ਕਰਮਾਂ ਕਿਛ ਪਾਈਐ ਨਾਹੀ ਕਰਮ ਬਣਾਉਣੇ ਪੈਂਦੇ ਨੇ ਬਿਨ ਕਰਮਾਂ ਕਿਛ ਪਾਈਐ ਨਾਹੀ ਕਰਮ ਬਣਾਉਣੇ ਪੈਂਦੇ ਨੇ ਚੰਗੇ ਕਰਮ ਗੁਰੂ ਦੇ ਚਰਨਾਂ ਵਿੱਚ ਆ ਕੇ ਬਣਦੇ ਨੇ ਮਾੜੇ ਵੀ ਬਣ ਜਾਂਦੇ ਨੇ ਚੰਗੇ ਵੀ ਜ਼ਮੀਨ ਹੈ ਇੱਕ ਜ਼ਿਮੀਂਦਾਰ ਕੋਲੇ ਉਹਦੇ ਵਿੱਚ ਚਾਹੇ ਵਧੀਆ ਫਸਲ ਬੀਜ ਲੇ ਉਹਦੀ ਮਰਜ਼ੀ ਹੈ ਨਾ ਕੁਝ ਬੀਜੇ ਉਹ ਚ ਘਾਹ ਵੱਟਾ ਹੋ ਜਾਊਗਾ ਸਾਰਾ ਹੁਣ ਕਰਮ ਕਹਿਣ ਲੱਗੇ ਆਉਂਦਾ ਤੇਰਾ ਭਗਤ ਲੈ ਲਾ ਸੋਨੇ ਦੀ ਅੰਬੂਰ ਹੈ ਤੂੰ ਕਹਿੰਦੀ ਅੱਜ ਦਾ ਦਿਨ ਮੈਨੂੰ ਇੱਕ ਦਿਨ ਹੋਰ ਦੇ ਠੀਕ ਹੈ ਚਲੋ ਉਹਨੇ ਕਿਹਾ ਵੀ ਆ ਇੱਕ ਮੇਰੇ ਕੋਲੇ ਲਾਲ ਹੈ ਬੜਾ ਸੋਹਣਾ ਇਹ ਮੈਂ ਇਸ ਲੱਕੜਹਾਰੇ ਨੂੰ ਦੇ ਦਿੰਨੀ ਹੈ ਇਹਦੇ ਕਰਮ ਬਦਲ ਜਾਣ ਇਹਦੀ ਗਰੀਬੀ ਚੱਕੀ ਜਾਊਗੀ ਸਾਰੀ ਅੱਜ ਬਹੁਤੇ ਲੋਕਾਂ ਦਾ ਇਹ ਵੀ ਖਿਆਲ ਹੈ ਨਾ ਵੀ ਜੇ ਧਨ ਬਹੁਤਾ ਹੈ ਨਾ ਤੇ ਸਾਡਾ ਜਿਹੜਾ ਉਹ ਗੁਜ਼ਾਰਾ ਵਧੀਆ ਹੋ ਜਾਊਗਾ ਨਿਰਵਾਹ ਬੜੇ ਧਨ ਵਾਲੇ ਵੀ ਦੇਖਿਆ ਚੀਕਾਂ ਮਾਰਦੇ ਗੁਰਬਾਣੀ ਵਿੱਚ ਮਾਰ ਜੀ ਫਰਮਾਨ ਕੇ ਵੱਡੇ ਵੱਡੇ ਜੋ ਦੀਸੈ ਲੋਗ ਤਿਨ ਕੋ ਵਿਆਪੈ ਚਿੰਤਾ ਰੋਗ ਕੌਣ ਵੱਡਾ ਕਹਿੰਦੇ ਸਾਰੇ ਦੁਨੀਆ ਦੇ ਲੋਕ ਕਹਿੰਦੇ ਮਾਇਆ ਦੀ ਵਡਿਆਈ ਹੈ ਮਾਇਆ ਵੱਡੀ ਹੈ ਕਹਿੰਦੇ ਨਹੀਂ ਕੌਣ ਵੱਡਾ ਮਾਇਆ ਵਡਿਆਈ ਕਹਿੰਦੇ ਸਭ ਕੁਝ ਝੂਠਿਆ ਸੋ ਵੱਡਾ ਜਿਨ ਰਾਮ ਲਿਵ ਲਾਈ ਕਹਿੰਦੇ ਅਸਲ ਵੱਡਾ ਹੋਇਆ ਜਿਹਦੀ ਲਿਵ ਲੱਗੀ ਹੋਈ ਹੈ ਉਹ ਲਾਲ ਜਦੋਂ ਤੁਰਨ ਲੱਗਿਆ ਦੇਖਿਆ ਬੜਾ ਕੀਮਤੀ ਲਾਲ ਹੈ ਪਰਖ ਹੈ ਚਲੋ ਲਾਲ ਲੈ ਕੇ ਤੁਰ ਪਿਆ ਉਹ ਕਹਿੰਦਾ ਹੁਣ ਇਹਨੂੰ ਸਿਰ ਵਿੱਚ ਉਹਦੇ ਪੱਗ ਬਣੀ ਸਿਰ 'ਚ ਟੰਗ ਲਿਆ ਲਾਲ ਉਹਨੇ ਗਰਮੀ ਦਾ ਮਹੀਨਾ ਸੀ ਅੱਗੇ ਜਾਂਦਿਆਂ ਜਾਂਦਿਆਂ ਲੱਕੜਾਂ ਦੀ ਭਰੀ ਵੱਢ ਲਈ ਹੱਥ ਵਿੱਚ ਲਈ ਜਾਂਦਾ ਹੈ ਉਹ ਕੁਹਾੜਾ ਮੋਢੇ ਉੱਤੇ ਧਰਿਆ ਹੋਇਆ ਹੈ ਸਿਰ ਤੇ ਲਾਲ ਟੰਗਿਆ ਹੋਇਆ ਉੱਤੇ ਜਿਹੜੀ ਉਹ ਭਰੀ ਲੱਕੜਾਂ ਦੀ ਰੱਖੀ ਹੈ ਜਾਂਦੇ ਜਾਂਦੇ ਰਸਤੇ ਵਿੱਚ ਪਾਣੀ ਪੀਣ ਦੀ ਪਿਆਸ ਲੱਗੀ ਭਰੀ ਇੱਕ ਪਾਸੇ ਰੱਖਦੀ ਜਦੋਂ ਨੀਮਾ ਹੋ ਕੇ ਪਾਣੀ ਪੀਣ ਲੱਗਿਆ ਮੈਥੋਂ ਹੀ ਅਰਜ਼ ਸ਼ੁਰੂ ਕਰੀ ਸੀ ਨਾ ਨੀਮਾ ਹੋ ਕੇ ਜਦੋਂ ਐ ਓਕ ਭਰ ਕੇ ਮੂੰਹ ਨੀਮਾ ਕਰਕੇ ਪਾਣੀ ਪੀਣ ਲੱਗਿਆ ਨਾ ਉਹ ਲਾਲ ਸੀ ਜਿਹੜਾ ਉਹ ਨਦੀ ਵਿੱਚ ਜਾ ਡੁੱਬਿਆ ਮੱਛੀ ਨੇ ਨਿਕਲ ਲਿਆ ਨਾਲ ਦੀ ਨਾਲ ਹੀ ਦੇਖ ਕੇ ਬੜਾ ਹੈਰਾਨ ਹੋਇਆ ਜਦੋਂ ਡਿੱਗਿਆ ਖੜਾਕ ਹੋਇਆ ਸਾਹਮਣੇ ਦਿਖਦਾ ਵੀ ਲਾਲ ਡਿੱਗ ਪਿਆ ਮੇਰਾ ਤਾਂ ਕੀਮਤੀ ਲਾਲ ਅਸਿਕਾ ਤੇਰੇ ਵੀ ਕੀਮਤੀ ਲਾਲ ਨੇ ਜਿਹੜੇ ਅੱਜ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਵਿਅਰਥ ਜਾ ਰਹੇ ਨੇ ਉਹ ਕੀਮਤੀ ਲਾਲ ਕੀ ਨੇ ਅੰਮ੍ਰਿਤ ਵੇਲੇ ਦੇ ਵਾਹਿਗੁਰੂ ਵਾਹਿਗੁਰੂ ਇੱਕ ਤੇਰੇ ਕੀਮਤੀ ਲਾਲ ਨੇ ਚਲੋ ਘਰ ਨੂੰ ਗਿਆ ਘਰੇ ਜਾ ਕੇ ਸਾਰੀ ਕਹਾਣੀ ਦੱਸੀ ਮੈਨੂੰ ਲਾਲ ਮਿਲਿਆ ਸੀ ਅੱਜ ਨਦੀ ਵਿੱਚ ਡਿੱਗ ਪਿਆ ਆਪਣੇ ਹਜੇ ਕਰਮਾਂ ਵਿੱਚ ਹੀ ਨਹੀਂ ਆਈ ਕਹਿੰਦੇ ਉਹਨਾਂ ਨੇ ਆਪਣੇ ਕਰਮਾਂ 'ਚ ਹੈ ਹੀ ਨਹੀਂ ਹਜੇ ਚੀਜ਼ ਹੋ ਜਾਊਗੀ ਐਸੀ ਗੱਲ ਨਹੀਂ ਪਰ ਬਣਾਓ ਸ਼ੁਭ ਕਰਮ ਗੁਰੂ ਦੇ ਚਰਨਾਂ ਵਿੱਚ ਆ ਕੇ ਬੀਜ ਬੀਜੋ ਗੁਰੂ ਨੇ ਸਰੀਰ ਰੂਪੀ ਖੇਤੀ ਦੇ ਦਿੱਤੀ ਹੈ ਤੇ ਬੀਜੋ ਚੰਗਾ ਬੀਜ ਬੀਜ ਲਓ ਇਹਦੇ ਵਿੱਚ ਚੰਗਾ ਬੀਜ ਜਦੋਂ ਤੁਸੀਂ ਬੀਜੋਗੇ ਜ਼ਰੂਰ ਅਵਸ਼ ਉਹ ਫਸਲ ਵੱਡੀ ਹੋ ਜਾਣੀ ਇੱਕ ਨਾ ਇੱਕ ਦਿਨ ਵੈਸੇ ਚਲੋ ਇਹ ਵਧੀਆ ਨਹੀਂ ਲੱਗਦੀ ਗੱਲ ਵਡਿਆਈ ਕਰਦੇ ਆਪਣੀ ਸੋਭਾ ਦੀ ਪਾਉਂਦੇ ਹਾਂ ਵੀ ਆਪਣੀ ਵਡਿਆਈ ਕੋਈ ਮਨੁੱਖ ਆਪ ਕਰੇ ਜਿਹਦੇ ਅਸੀਂ ਪ੍ਰਭਾਤ ਫੇਰੀਆਂ ਸ਼ੁਰੂ ਕਰੀਆਂ ਨੂੰ ਤੇ ਅਰਦਾਸ ਕਰੀ ਸੀ ਆਪਾਂ ਨੇ ਮਨ ਵਿੱਚ ਬੱਚੇ ਨੇ ਵੀ ਪਰਿਵਾਰ ਨੇ ਸਾਰਿਆਂ ਨੇ ਵੀ ਆਪਾਂ ਇੰਨੀ ਭਾਵਨਾ ਦੇ ਨਾਲ ਪ੍ਰਭਾਤ ਫੇਰੀਆਂ ਕਰਨੀਆਂ ਵੀ ਕੁਝ ਵੀ ਨਹੀਂ ਲੈਣਾ ਹੈ ਵੀ ਜਿਹੜਾ ਵੀ ਕੁਝ ਹੈ ਸੰਗਤ ਦਾ ਲੰਗਰ ਦੇ ਲੇਖੇ ਲਾਉਣਾ ਇਹ ਵੀ ਕਿਹਾ ਚਲੋ ਮੈਂ ਮਾਣ ਕਰਕੇ ਨਹੀਂ ਇਹ ਗੱਲ ਕਹਿੰਦਾ ਦੱਸਣੀ ਜ਼ਰੂਰੀ ਹੁੰਦੀ ਹੈ ਇਹਦੇ ਨਾਲ ਸ਼ਰਧਾ ਵੱਧ ਜਾਂਦੀ ਹੈ ਭਾਵ ਇਹਦਾ ਇੰਨੇ ਹੁੰਦਾ ਹੈ ਵੀ ਸ਼ਰਧਾ ਬਣਾਉਣੀ ਸਿੱਖ ਦੀ ਗੁਰੂ ਦੇ ਨਾਲ 3 ਪ੍ਰੋਗਰਾਮ ਸਾਨੂੰ ਪ੍ਰਭਾਤ ਫੇਰੀਆਂ ਦੇ ਵਿੱਚ ਆਏ 3 ਤੇ ਸਾਡੇ ਇੱਕ ਪ੍ਰੋਗਰਾਮ ਨਹੀਂ ਸਾਡਾ ਸਾਰਾ ਕੁਝ ਸਾਰਾ ਘਰ ਪੂਰਾ ਕਰਤਾ ਸੀ ਪੈਸੇ ਭੁੱਖਿਆ ਭੁੱਖ ਨਾ ਉਤਰੀ ਜੇ ਬੱਲਾਂ ਪੂਰੀਆਂ ਭਾਰ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਇਹ ਪ੍ਰਧਾਨ ਜੀ ਸਾਡੇ ਨਾਲ ਹੀ ਸੀ ਉੱਤੇ ਜਿੱਦੇ ਲਾਣੇ ਵਾਲੇ ਦਾ ਬਜ਼ੁਰਗ ਚੜਾਈ ਕਰਿਆ ਭੋਗ ਤੇ ਗਏ ਸੀ ਸਤਿਗੁਰੂ ਦੀ ਕਿਰਪਾ ਗੁਰੂ ਨਾਨਕ ਨੇ ਸਾਡੇ ਉੱਤੇ ਕਿਰਪਾ ਕਰੀ ਜੇ ਤੁਸੀਂ ਇੱਧਰ ਨੀਨੂੰ ਝਾਕਦੇ ਤਾਂ ਇੱਧਰਲੇ ਪਾਸੇ ਮੈਂ ਤੁਹਾਡਾ ਘਰ ਪੂਰਾ ਕਰ ਦਿੰਦਾ ਸਾਨੂੰ ਵਾਜੇ ਤੇ ਵਿੱਚ ਹੀ ਲਾ ਕੇ ਸਾਰਾ ਕੁਝ ਨਾ 10,000 ਰੁਪਏ ਉੱਤੇ ਬਣ ਗਿਆ ਸੀ ਬੋਲੋ ਸਤਿਨਾਮ ਮੈਂ ਉਹ ਨਹੀਂ ਗੱਲ ਕਹਿੰਦਾ ਵੀ ਮਾਣ ਨਾਲ ਨਹੀਂ ਮੈਂ ਕਹਿੰਦਾ ਇੰਨੇ ਤਾਂ ਦੇਣੇ ਵੀ ਨਹੀਂ ਸੀ ਸਾਨੂੰ ਇਹਨਾਂ ਨੇ ਨਾ ਇੰਦਰ ਨੇ ਨਾ ਦਾਰੇ ਨੇ ਇੰਨੇ ਤਾਂ ਨਹੀਂ ਦਿੰਦੇ ਸੀ ਸਾਨੂੰ ਕਿੰਨੇ ਕੋਈ ਹੋਣਗੇ ਤੁਸੀਂ ਗਿਣਤੀ ਕਰਕੇ ਵੇਖ ਲਓ ਉਹਦੇ ਉੱਤੇ ਪਰ ਮੈਨੂੰ ਮੇਰਾ ਮਾਣ ਟੁੱਟ ਗਿਆ ਉਸ ਵਕਤ ਓਏ ਤੂੰ ਕਹਿਣਾ ਸੀ ਵੀ ਅਸੀਂ ਨਹੀਂ ਕੁਝ ਲੈਣਾ ਤੇ ਇੱਧਰ ਪਰਮਾਤਮਾ ਨੇ ਦਿੱਤਾ ਨਾਲੇ ਘਰ ਵਾਲਿਆਂ ਨੇ ਤੁਸੀਂ ਕਿਹਾ ਵੀ ਬਹੁਤ ਸਾਡੇ ਕੋਲੇ ਬੜੀ ਕਿਰਪਾ ਹੋਊਗੀ ਤੇ ਫਿਰ ਵੀ ਚਲੋ ਸਾਡਾ ਇੱਕ ਵਾਰੀ ਚ ਹੀ ਨੱਕਾ ਜਿਹੜਾ ਮੈਂ ਅਰਜ਼ ਕਰਦਾ ਵੀ ਚੰਗੇ ਕਰਮ ਬਣਾਓ
परमात्मा के चरणों में आ के बनाने पैंदे। अरदास कर दो सच्चे पातशाह तेरा तुझको सौंप दे। जिवें कलगीधर वाले ने कहा सी चमकौर दी गढ़ी अंदर, तेरा तुझको सौंप दे, तेरा तुझको सौंप दे, तेरा तुझको सौंप दे, तेरा तुझको सौंप दे। ओ क्या लागे मेरा तेरा तुझको, तेरा तुझको सौंप दे। क्या लगे मेरा तेरा तुझको सौंप दे, तेरा तुझको। क्या लगे मेरा तेरा तुझको सौंप दे, तेरा तुझको सौंप दे। घर चलिया गया लकड़हारा, घर वाली कहने लगी लियांदियां लकड़ां, लकड़ां तां लियांदियां सी, कीमती चीज मिल गई सी, वो भी गई रस्ते विच। अगला दिन होया, तीजा दिन होया, उन्हें फिर मोढे ते कुहड़ा रुख लिया, तुर पिया जांदा है। माया ते कर्म दोनों बैठे ने। वो कहंदी ओ कर्म कहण लगे हो आउंदा तेरा भगत, अज भी ओहदे तां पट्टे हुए कपड़े पाए हुए ने, कुहड़ा उसी तरह मोढे ते है, ते तैं उहनूं मोहरां भी देतियां ते तैं उहनूं लाल भी देता, ਉਹਦੇ ਤਾਂ ਕੁਛ ਵੀ ਨਹੀਂ ਆਇਆ ਰਾਸ। ਮਾਇਆ ਕਹਿਣ ਲੱਗੀ ਚਲੋ ਮੈਂ ਹੁਣ ਪਿੱਛੇ ਹਟ ਜਾਨੀ ਹੈ, ਕਰਮਾਂ ਨੂੰ ਕਹਿੰਦੀ ਤੂੰ ਕਰਕੇ ਵੇਖ। ਉਹਨੇ 2 ਪੈਸੇ, ਉਹਨਾਂ ਸਮੇਂ 2 ਪੈਸੇ, 1 ਪੈਸਾ ਹੁੰਦਾ 2 ਪੈਸੇ, 2 ਪੈਸੇ ਉਹਨੇ ਕਰਮਾਂ ਨੇ ਸੁੱਟ ਦਿੱਤੇ। ਉਹ ਲੱਕੜਹਾਰੇ ਨੇ ਜਾਂਦੇ ਜਾਂਦੇ ਨੇ ਦੇਖਿਆ ਅੱਜ 2 ਪੈਸੇ ਮਿਲ ਗਏ, ਪਹਿਲਾਂ ਸੋਨੇ ਦੀਆਂ ਮੋਹਰਾਂ ਮਿਲੀਆਂ, ਫਿਰ ਲਾਲ ਮਿਲਿਆ, ਅੱਜ 2 ਪੈਸੇ, ਚਲੋ ਇਹ ਵੀ ਚੱਕ ਕੇ ਲੈ ਚੱਲਦੇ ਆ ਘਰ, ਕਰਮਾਂ 'ਚ ਤਾਂ ਹੀ ਨਹੀਂ ਮੇਰੇ। कर्मा ने 2 पैसे दिते केवल। और रस्ते में उसी नदी उत्ते जाके खड़ा, जदों भुख बड़ी लगी, एक मछेरा बैठा है, मच्छियां फड़ी, वो 2 पैसे की एक मच्छी ले ली उन्हें। चलो जवाकां नूं खवा दांगे, नाले आप खा लांगे, ढिड भर जू माड़ा मोटा। वो 2 पैसों की मच्छी लैके घर विच गया, घर वाली बीबी नूं कहण लग्या तूं ऐं कर अग में चा, आ मच्छी लिआंदी आपां भुन के खा लांगे, बच्चे खा लैणगे, कल नूं फेर यही काम। जदों उस मच्छी की चीर फाड़ कर लग्या, विचों लाल निकल आया, वेख के हैरान हो गया। कर्मां दे 2 पैसे ते दूजे लुट दी कमाई जिहड़ी है ना, वो बहुते कहते इन्ने क तां सानूं इधरों बन जांदे, बाकी उपरों बन जांदे। उपर हुण तां तो डिगदे, उपरले कई बारी उपर ही लै जांदे ने। बोलो सतनाम श्री वाहिगुरू जी। उपरले पैसे कई बारी डॉक्टर दे मंजे उत्ते पा के ना, फिर वो चीर फाड़ करके कहंदा उपरले इन्ने आए सी, इहदे नाल इन्ने को होर लग के तेरे जाणगे इकट्ठे। पर कर्मां दे 2 पैसे बहुत हुंदे चंगे, चंगी शुभ कमाई दे थोड़े पैसों की बरकत पा दिंदा मालक। हुण जदों वो मच्छी नूं चीरिया, उन्हें आवाज़ देती उच्ची देने, बई थिया गया भी, थिया गया भी, थिया गया। इस तरह गवांढण कन्न ला के सुनदी सी। वो कहण लगी इन्हूं पता लग गया भी पैसे इन्हां दे घरे आए। उन्हें चक के स्वर्ण मोहरां दी थैली उन्हां दे घर विच मारी, दोनों चीज़ां आ गईयां। कर्मां दे नाल शुभ कर्म, चंगे कर्म कीते होण ते महाराज जी कहन लगे है कर्म भी चंगे, पर तकदीर कहे तुसी सारे झूठे, मैं जो चाहां सो कर दी। पर मैं कहना मेरा वाहिगुरू वड्डा जिहदा तकदीर भी पानी कर दी। इस करके महाराज जी कहंदे चंगे कर्म इत्थे बनदे ने। आ शरीर रूपी खेत दे नाल गुरु दे चरणां विच आके चंगा बीज बीज लो, किहड़ा परमात्मा दे नाम दा बीज। ते जां गुरु घर दे विच आके कोई धन दा बीज, कोई रासन दा बीज बीजदा ते ओनू फिर दुगना चौगना करके मालिक दिंदा जरूर है, पर उस वक्त पता नहीं लगन दिंदा भी किधरों आउंदा है। इस करके महाराज जी कहन लगे सच्चे पातशाह बिन कर्मा किछ पाईए नाही, जे बहुत तेरा धावे आउंदा बड़ा कुछ है, पर कर्मा तो बिना खड़दा नहीं है। ते ओ फिर 2 पासे जांदा, जां डॉक्टरां दे जां पुलिस वालियां दे। गुरु गोबिंद सिंह महाराज नूं कहने पै गया असल शब्द, जो बाबे को दाम ना दे है सो फिर बाबर के लिए है। बाबर के कहते हैं पुलिस वाले नूं, कहते फिर वो ले जाते हैं। इस करके भाई इधरले पासे चंगा बीज बीजवाओ। थोड़े समय समाप्ति वाल जामा, जोड़ियो ख्याल। गुरु हरकृष्ण महाराज दिल्ली पहुंच गए। दिल्ली विच बीमारी पई हुई है। महाराज जी ने अपने चरण उस कुंड विच छका दो जल, सारिਆਂ ਨੂੰ चिचक की बीमारी हट गई। और औरंगजेब कहन लग्या 8 सालां दा गुरु आ, जे पूरे भी 8 साल नहीं होए, हो जा केड़ा, चलो उस गुरु दे दर्शन करिए।
ਮਹਾਰਾਜ ਕੋਲੇ ਸੰਦੇਸ਼ਾ ਆ ਗਿਆ ਰਾਜੇ ਜੈ ਸਿੰਘ ਦੇ ਉਸ ਬੰਗਲੇ ਵਿੱਚ, ਜਿਹਨੂੰ ਅੱਜ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਕਿਹਾ ਜਾਂਦਾ ਹੈ। ਮਹਾਰਾਜ ਜੀ ਤਖਤ ਉੱਤੇ ਬੈਠੇ, ਜਦੋਂ ਸੰਦੇਸ਼ਾ ਸੁਣਿਆ ਤੇ ਉੱਥੇ ਫਿਰ ਮਹਾਰਾਜ ਨੇ ਸ਼ਬਦ ਉਚਾਰਿਆ, ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਨਹਿ ਮਲੇਸ਼ ਕੇ ਦਰਸ਼ਨ ਕਰ ਹੈ। ਕਹਿੰਦੇ ਨਾ ਤਾਂ ਮੈਂ ਉਹਨੂੰ ਪਾਪੀ ਨੂੰ ਦਰਸ਼ਨ ਦੇਣੇ ਨੇ ਤੇ ਨਾ ਮੈਂ ਉਹਨੂੰ ਦਰਸ਼ਨ ਦੇਣੇ ਨੇ। ਉਹਨੂੰ ਕਹਿ ਦੋ ਵੀ ਨਾ ਆਵੇ। ਸਿੱਖਾਂ ਨੇ ਸੰਦੇਸ਼ਾ ਭੇਜ ਦਿੱਤਾ, ਰੰਗਿਆ ਤੂੰ ਨਾ ਹੀ, ਮਹਾਰਾਜ ਤੈਨੂੰ ਦਰਸ਼ਨ ਨਹੀਂ ਦਿੰਦੇ। ਹਕੂਮਤ ਦਾ ਨਸ਼ਾ ਸੀ, ਉਹ ਕਹਿਣ ਲੱਗਾ ਮੈਂ ਜ਼ਰੂਰ ਦਰਸ਼ਨ ਕਰਨੇ ਨੇ ਮਹਾਰਾਜ ਜਾ ਕੇ। ਜਦੋਂ ਔਰੰਗਜ਼ੇਬ ਆਪਣੀ ਫੌਜ ਲੈ ਕੇ ਬੰਗਲਾ ਸਾਹਿਬ ਗੁਰਦੁਆਰੇ ਆਏ ਨਾ ਦਿੱਲੀ, ਮਹਾਰਾਜ ਨੇ ਆਪਣੇ ਉੱਤੇ ਚਿੱਟੀ ਚਾਦਰ ਲੈ ਲਈ, ਆਰਾਮ ਬਸ ਹੋ ਗਏ, ਸਰੀਰ ਦਾ ਪਰਿਤਿਆਗ ਕਰ ਦਿੱਤਾ। ਜਦੋਂ ਮਹਾਰਾਜ ਨੂੰ ਪਤਾ ਲੱਗਿਆ ਵੀ ਉਹਨੇ ਆਉਣਾ ਨਾ, ਉਦੋਂ ਪਹਿਲਾਂ 5 ਪੈਸੇ ਤੇ ਨਾਰੀਅਲ ਸਿਰੀਫਲ ਸਿੱਖਾਂ ਨੂੰ ਦੇ ਕੇ ਤੇ ਅਗਲਾ ਗੁਰੂ ਕਹਿ ਦਿੱਤਾ, ਬਾਬਾ ਭਇਓ ਬਕਾਲੇ ਮਾਹੀ। ਜਿਹੜਾ ਅਗਲਾ ਗੁਰੂ ਹੋਊ ਨਾ, ਉਹ ਬਾਬੇ ਬਕਾਲੇ ਦੀ ਧਰਤੀ ਵਿੱਚ। ਉਧਰ 26 ਸਾਲ 9 ਮਹੀਨੇ ਤੇ 13 ਦਿਨ ਦਾ ਤਪ ਪੂਰਾ ਹੋ ਗਿਆ ਮਹਾਰਾਜ ਜੀ ਦਾ। ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਤੇ ਆਪਣੀ ਜੋਤ ਗੁਰੂ ਤੇਗ ਬਹਾਦਰ ਮਹਾਰਾਜ ਦੇ ਵਿੱਚ ਟਿਕਾ ਦਿੱਤੀ। ਰੰਗਾ ਆਇਆ, ਆਉਂਦਿਆਂ ਨੂੰ ਮਹਾਰਾਜ ਸਰੀਰ ਦਾ ਪਰਿਤਿਆਗ ਹੋ ਗਿਆ। ਆ ਕੇ ਚਾਦਰ ਚੁੱਕ ਕੇ ਵੇਖਿਆ, ਉਹ ਜੀ ਭਿਆਨਕ ਦ੍ਰਿਸ਼ ਉਹਨੂੰ ਦਿਸਿਆ ਤੇ ਉਲਟ ਕੇ ਡਿੱਗ ਪਿਆ ਤੇ ਮਹਾਰਾਜ ਦੇ ਦਰਸ਼ਨ ਨਹੀਂ ਹੋਏ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ। ਤੇ ਔਰੰਗਜ਼ੇਬ ਭੱਜਿਆ ਉੱਥੋਂ ਤੜਫਦਾ ਹੋਇਆ। ਉਹ ਕਹਿਣ ਲੱਗਾ ਮੇਰੇ ਕਰਮਾਂ ਵਿੱਚ ਦਰਸ਼ਨ ਨਹੀਂ ਇਹੋ ਜਿਹੇ ਗੁਰੂ ਦੇ। ਤੇ ਦਿੱਲੀ ਦਾ ਸਾਰੀ ਦਾ ਦੁੱਖ ਆਪਣੇ ਸਿਰ ਉੱਤੇ ਚੱਲ ਲਿਆ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਨੇ, ਠੀਕਰ ਫੋਰ ਦਲੀਸ ਸਿਰ ਪ੍ਰਭੁਰ ਕੀਆ ਪਿਆਨ ਤੇਗ ਬਹਾਦਰ ਸੀ, ਕਿਰਿਆ ਕਰੀ ਨਾ ਕਿਨਹੂ ਆਨ। ਦੋ ਗੁਰੂਆਂ ਨੇ ਦਿੱਲੀ ਦੇ ਦੁੱਖ ਨੂੰ ਸਾਰੇ ਨੂੰ ਆਪਣੇ ਸਿਰ, ਗੁਰੂ ਤੇਗ ਬਹਾਦਰ ਮਹਾਰਾਜ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ। ਤੇ ਸੰਗਤਾਂ ਫਿਰ ਬਾਬੇ ਬਕਾਲੇ ਨੂੰ ਹੋ ਗਈਆਂ, ਕਿਉਂ? ਗੁਰੂ ਜੀ ਦਾ ਇਹ ਪਾਵਨ ਪਵਿੱਤਰ ਹੁਕਮ ਹੈ। ਬਾਬਾ ਭਇਓ ਬਕਾਲੇ ਮਾਈ, ਬਾਬਾ ਭਇਓ ਬਕਾਲੇ ਮਾਈ, ਬਾਬਾ ਭਇਓ ਬਕਾਲੇ ਮਾਹੀ, ਬਾਬਾ ਭਇਓ ਬਕਾਲੇ ਮਾਈ, ਭਇਓ ਬਕਾਲੇ ਮਾਈ, ਬਾਬਾ ਭਇਓ ਬਕਾਲੇ ਮਾਹੀ, ਬਾਬਾ ਭਇਓ ਬਕਾਲੇ ਮਾਈ, ਬਾਬਾ ਭਇਓ ਬਕਾਲੇ ਮਾਈ, ਬਾਬਾ ਭਇਓ ਬਕਾਲੇ ਮਾਹੀ, ਬਾਬਾ ਭਇਓ ਬਕਾਲੇ ਮਾਹੀ, ਭਇਓ ਬਕਾਲੇ ਮਾਹੀ, ਬਾਬਾ ਭਇਓ ਬਕਾਲੇ ਮਾਹੀ। ਨਾਮਾ ਗੁਰੂ ਬਾਬੇ ਬਕਾਲੇ ਦੀ ਧਰਤੀ ਤੇ 22 ਮੰਜੀਆਂ ਲਾ ਗਈਆਂ। ਜਿਹੜੇ ਗੁਰੂ ਕੇ ਕਹਾਉਣ ਵਾਲੇ ਸੀ ਨਾ, ਉਹਨਾਂ ਨੇ 22 ਮੰਜੀਆਂ ਲਾ ਲਈਆਂ। ਮੰਜੀਆਂ ਤੋਂ ਭਾਵ ਤਖਤ ਲਾ ਲਏ, ਇੱਕ ਇੱਕ ਚੌਰ ਵਾਲਾ ਲੈ ਲਿਆ, ਪਹਾੜੇ ਦੇ ਟੱਟੂ ਸਾਰੇ ਇਕੱਠੇ ਕਰ ਲਏ, ਇੱਕ ਨੂੰ ਪ੍ਰਸ਼ਾਦ ਦੇਣ ਵਾਸਤੇ ਰੱਖ ਲਿਆ। ਦਾਵਾ ਕਰਦੇ ਨੇ, ਉਹ ਕਹਿੰਦਾ ਮੈਂ ਗੁਰੂ ਆ, ਉਹ ਕਹਿੰਦਾ ਮੈਂ ਗੁਰੂ ਆ। ਹੁਣ ਸੰਗਤ ਆਉਂਦੀ ਹੈ, ਆ ਕੇ ਜਦੋਂ ਵੇਖਦੇ ਨੇ ਬਾਬੇ ਬਕਾਲੇ ਦੇ ਧਰਤੀ ਉੱਤੇ 22 ਮੰਜੀਆਂ ਲੱਗੀਆਂ ਨੇ। 22 ਤਾਂ ਗੁਰੂ ਹੋ ਨਹੀਂ ਸਕਦੇ, ਗੁਰੂ ਇੱਕੋ ਹੀ ਹੋਊਗਾ। ਹੁਣ ਉਧਰ ਗੁਰੂ ਜੀ ਦਾ ਸਮਾਂ ਜਿਹੜਾ ਭਗਤੀ ਦਾ ਪੂਰਾ ਹੋ ਗਿਆ। ਇਧਰ ਮੱਖਣ ਸ਼ਾਹ ਲਵਾਣਾ ਜਿਹੜਾ ਉਹ ਜਹਾਜ਼ ਦਾ ਕੰਮ ਕਰਦਾ, ਉਧਰੋਂ ਮਾਲ ਲਿਆਉਂਦਾ, ਇੱਧਰ ਲਿਆ ਕੇ ਵੇਚਦਾ। ਲਵਾਣਾ ਸੇਠ ਹੈ, ਬੜਾ ਧਨ, ਉਹਦੇ ਕੋਲ ਅਮੀਰ ਬੰਦਾ ਹੈ, ਜਿਹਦੇ ਕੋਲ ਜਹਾਜ਼ ਉਹ ਕਿੰਨਾ ਕੁ ਅਮੀਰ ਹੋਊਗਾ। ਉਧਰ ਜਹਾਜ਼ ਲੈ ਕੇ ਉਹ ਵਾਪਸ ਆ ਰਿਹਾ ਹੈ। ਆਉਂਦੇ ਆਉਂਦਿਆਂ ਜਲ ਵਿੱਚ ਜਹਾਜ਼ ਫਸ ਗਿਆ ਮੱਖਣ ਸ਼ਾਹ ਲਵਾਣੇ ਦਾ। ਜਦੋਂ ਜਲ ਵਿੱਚ ਜਹਾਜ਼ ਫਸ ਗਿਆ ਤੇ ਸਭ ਨੇ ਅਰਦਾਸ ਬੇਨਤੀ ਕਰੀ। ਮੱਖਣ ਸ਼ਾਹ ਕਹਿਣ ਲੱਗਿਆ, ਹੁਣ ਕਰੋ ਅਰਦਾਸਾਂ, ਧਿਆਓ ਆਪਣੇ ਗੁਰੂ ਨੂੰ, ਕਿਉਂਕਿ ਮੇਰਾ ਹੁਣ ਜਲ ਵਿੱਚ ਜਹਾਜ਼ ਫਸ ਗਿਆ, ਅੱਗੇ ਨਹੀਂ ਆਉਂਦਾ, ਤੂਫਾਨ ਬੜਾ ਉੱਠ ਖੜਿਆ। ਦੇਖੋ ਕਿਵੇਂ ਲਹਿਰਾਂ ਪਾਣੀ ਦੀਆਂ ਇੱਕ ਦੂਜੀ ਤੋਂ ਅੱਗੇ, ਇੱਕ ਦੂਜੀ ਨੂੰ ਇਹ ਗੱਲ ਆਖੇ ਮੇਰੀ ਉਮਰ ਲਹਿਰ ਦੀ ਵੱਗੇ। ਕਹਿੰਦੇ ਦੇਖੋ ਕਿਵੇਂ ਲਹਿਰਾਂ ਚੜੀਆਂ ਆ ਰਹੀਆਂ ਨੇ, ਹੁਣ ਆਪਣੀ ਜਾਨ ਸਭ ਦੀ ਖਤਰੇ 'ਚ ਹੈ, ਮੇਰਾ ਸਮਾਨ ਵੀ ਜਾਊਗਾ, ਕੀਮਤੀ ਜਾਨਾਂ ਵੀ ਜਾਣਗੀਆਂ। ਤੇ ਧਿਆਓ ਹੁਣ ਫਿਰ ਗੁਰੂ ਨੂੰ। ਤੇ ਪਿਆਰ ਵਿੱਚ ਆ ਕੇ ਮੱਖਣ ਸ਼ਾਹ ਲਵਾਣੇ ਨੇ ਆਖਿਆ, ਆਪੋ ਆਪਣੇ ਗੁਰੂਆਂ ਨੂੰ ਧਿਆਓ, ਆਪਣੇ ਆਪਣੇ ਧਰਮ ਕੀ ਸਭੈ ਮਨਾਵੇ ਏਕ। ਸਭ ਨੇ ਅਰਦਾਸਾਂ ਕਰੀਆਂ, ਪਰ ਕਿਸੇ ਕੋਲੇ ਨਾ ਜਿਹੜੀ ਅਰਦਾਸ ਮਨਜ਼ੂਰ ਹੋਈ। ਕਿਉਂਕਿ ਜਦੋਂ ਅਰਦਾਸ ਗਲ ਵਿੱਚੋਂ ਹੋਵੇ ਨਾ, ਗਲ ਵਿੱਚੋਂ, ਉਹਦਾ ਭਾਵ ਕੀ ਹੈ? ਗਲ ਵਿਚਲੀ ਦਾ
ਉਹ ਹੁੰਦਾ ਹੈ ਵੀ ਪ੍ਰਬੰਧਕ ਖੜੇ ਨੇ ਜਾਂ ਮੈਂ ਕਿਸੇ ਦੇ ਨਾਂ ਤੇ ਅਰਦਾਸ ਕਰਦਾ ਵੀ ਜੇ ਮੈਂ ਉਹਦਾ ਨਾਮ ਨਾ ਲਿਆ ਆ ਨਾ ਕਿਹਾ ਵੀ ਸ਼ਾਇਦ ਇਹ ਹੋ ਜੇ। ਗੁਰੂ ਨੂੰ ਜਾਣ ਕੇ ਹਾਜ਼ਰ ਨਾਜ਼ਰ ਗੁਰੂ ਨੂੰ ਜਾਣ ਕੇ ਕਹਿਣਾ ਵੀ ਸੱਚੇ ਪਾਤਸ਼ਾਹ ਅਰਦਾਸ ਦੇ ਬਹੁਤੇ ਅੱਖਰ ਨਹੀਂ ਹੁੰਦੇ, ਅੱਜ ਤਾਂ ਅਰਦਾਸਾਂ ਦਾ ਵੀ ਫਰਕ ਹੈ, ਕੋਈ ਕਿਸੇ ਦੀ ਕੋਈ ਕਿਸੇ ਦੀ ਕੋਈ ਕਿਸੇ ਦੀ, ਪਰ ਅਰਦਾਸ ਦੇ ਬਹੁਤੇ ਅੱਖਰ ਨਹੀਂ ਹੁੰਦੇ। ਸੁਦਾਮੇ ਨੇ ਛੋਟੀ ਜੀ ਅਰਦਾਸ ਕਰੀ ਸੀ, ਭਗਵਾਨ ਆ ਗਏ। द्रौपदी ने छोटी जी अरदास करी सी, उसे वक्त आ गए भगवान कृष्ण ने कपड़ कोट सारियां न थके दूत न बार बसंती। बस अरदास गुरु नू जान के करनी है। शंकावादी दी अरदास नहीं मंजूरी हो सकती। शंकावादी कहता है हुणे ही होना चाहिए, मर्ज कहते हो जाऊगा, ऐसी गल नहीं। गुरु दे घर दे विच देर है, अंधेर नहीं है। पर साडे कने थोड़ी जी काली हुंदी है भी छेती आ काम, हुणी फसल बीजीए ते हुणी हो जे, हुणी वड्ड के ट्राली च पा के हुणी आड़तियां दे सिट्टाईए, साडी जेब च पैसे पै जाण। बोलो सतनाम वाहिगुरु। मां जी कहंदे हो बीज तां सही है, थोड़ी है तू फसल बीज, फिर पानी लाउणा पऊ, फिर दवाई पाउणी, फिर गोड्डी करनी पऊगी, फिर 6 महीनਿਆਂ ਚ होऊगी, फिर किते जाके ਉਹ ਜਿਹੜੀ ਵੱਢੀ ਜਾਊ, फिर तेरे कोल 2 पैसे आउणगे। मां जी कहंदे इन्नी काली ना कर, हो जू तेरा काम, ऐसी गल नहीं है। उधर मक्खन शाह लवाना कहने लगा करो अरदास। फिर आप उन्हें हथ पैर धोते, गल विच परना पा लिया अपने, ये जिन्हों सरोपे दी मैं अर्ज कर रहा सी ना, गल विच परना पा लिया ते अरदास करदा है श्री गुरु नानक दे बाहर दे चलना विच मैनू ये नहीं पता गुरु नानक दी गद्दी ते इस वक्त है कौन, पर सच्चे पातशाह किरपा कर दिओ, क्योंकि 8वें पातशाह महाराज जी जेड़े सचखंड चले गए, मैनू नहीं पता 9वां गुरु कौन है। मक्खन शाह लवाणे ने गल विच परना पा के हथ पैर सुच्चे करे ते अंबरसर कनी नूं मुख करके अरदास करदा, कहंदा जी मेरा तां डुबदा जहाज बन्ने ला दिओ, जी मेरा डुबदा जहाज बन्ने ला दिओ जी, मेरा डुबदा जहाज बन्ने ला दिओ, मेरा डुबदा जहाज बन्ने ला दिओ, डुबदा जहाज बन्ने ला दिओ, मेरा डुबदा जहाज बन्ने ला दिओ, मेरा डुबदा जहाज बन्ने ला दिओ। मैं हाथ जोड़ करां बेनती, मेरा डुबदा जहाज बन्ने ला दिओ, मैं हाथ जोड़ करां बेनती, ओ मेरा डुबदा जहाज बन्ने ला दिओ, हाथ जोड़ करां बेनती, मेरा डुबदा जहाज बन्ने ला दिओ, हाथ जोड़ करां बेनती, डुबदा जहाज बन्ने ला दिओ, मैं हाथ जोड़ करां बेनती, बोलो सारे मेरा लड़के। डुबदा जहाज बन्ने ला दिओ, हाथ जोड़ करां बेनती। बस अरदास दिलों कीती हुई श्री गुरु तेग बहादुर महाराज दे चलना विच अरदास पहुंच गई। जदों अरदास पहुंची महाराज जी कच्चे भोरे विच बैठे, 4.5 फुट दा भोरा सी। देखो दोनों का इको ही साइज करता। उधर भोरे दे विच महाराज जी बैठे, उधर जदों दिल्ली दे विच शहीदी पाउण गए 4.5 फुट दा वो पिंजरा सी केवल, जिहदे अंदर नूं किल सी, जिहदे विच महाराज जी बैठे बड़ी तकलीफ हुंदी सी। ते इधर 4.5 फुट का भोरा जिहदे विच बैठ के महाराज जी तप करदे ते माता गुजरी हाथ विच सोटा लैके बाहरले पासे खड़ के पहरा दिंदे। फिर कुछ प्राप्त हुंदा है, इस थोड़ी भी ऐसे तरह ही मिल जूगा। परमात्मा की बंदगी करनी पैंदी है, फिर मिल जाता है। साडे संतां ने इत्थे 12 साल बैठे, त्याग दिता सब कुछ करदा। बहुत बारी अर्ज करी
ਭੋਗ ਵੀ ਪਾਤਾ ਸੀ, ਕਹਿੰਦੇ ਹੁਣ ਪਤਾ ਹੀ ਨਹੀਂ ਕਿੱਥੇ ਹੋਣਗੇ। 5 ਲੜਕੀਆਂ ਸੀ, ਸਾਧੂ ਬੜੇ ਆਉਂਦੇ ਘਰ ਦੇ ਵਿੱਚ, ਤੇ 12 ਸਾਲ ਘਲਣਾ ਘਾਲੀ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਦੇਖੋ ਉਹਨਾਂ ਨੇ ਪਰਮਾਤਮਾ ਦੀ ਬੰਦਗੀ ਕਰੀ, ਭਾਵੇਂ ਬੱਚਿਆਂ ਨੇ ਉਹ ਕਣਕਾਂ ਵੱਢ ਕੇ ਬੱਲੀਆਂ ਚੁਗ ਚੁੱਕੇ ਫੇਰ ਆਪਣਾ ਗੁਜ਼ਾਰਾ ਕਰਿਆ। ਇਹ ਤਾਂ ਫਿਰ ਲੋਹੇ ਦੇ ਛੋਲੇ ਨੇ, ਬਹੁਤ ਔਖੇ ਨੇ ਚੱਬਣੇ। ਬੰਦਗੀ ਕਰਨੀ ਰੱਬ ਦੀ ਬਹੁਤ ਔਖੀ ਹੈ। ਇਧਰ ਜਦੋਂ ਅਰਦਾਸ ਪਹੁੰਚ ਗਈ ਨਾ, ਮੱਖਣ ਸ਼ਾਹ ਲਵਾਣੇ ਦੀ ਜਹਾਜ਼ ਰਵਾ ਹੋ ਕੇ ਚੱਲ ਪਿਆ, ਪੱਤਣ ਤੇ ਲੱਗ ਗਿਆ। ਫਿਰ ਮੱਖਣ ਸ਼ਾਹ ਲਵਾਣਾ ਕਹਿਣ ਲੱਗਿਆ, ਧੰਨ ਹੈ ਗੁਰੂ ਨਾਨਕ ਦੀ ਜੋਤ, ਬੜੀ ਕਿਰਪਾ ਕਰੀ ਮੇਰੇ ਮਾਲਕ ਨੇ। ਜਿੱਥੇ ਮੱਖਣ ਸ਼ਾਹ ਦਾ ਭਰੋਸਾ ਵੱਜ ਗਿਆ, ਉੱਥੇ ਸਾਰੀ ਜਿਤਨੇ ਵੀ ਜਹਾਜ਼ ਵਿੱਚ ਬੈਠੇ ਸੀ ਸਭ ਦੀ ਸ਼ਰਧਾ ਵੱਜ ਗਈ। ਉਹ ਧੰਨ ਹੈ ਮੱਖਣ ਸ਼ਾਹ, ਤੇਰਾ ਗੁਰੂ ਜਿਹਨੇ ਤੇਰੀ ਅਰਦਾਸ ਸੁਣ ਲਈ। ਅੱਜ ਦੁੱਖ ਦੀ ਘੜੀ ਦੇ ਵਿੱਚ ਸਭ ਮੁੱਖ ਮੋੜ ਕੇ ਸੀ, ਸਭ ਨੇ ਅਰਦਾਸਾਂ ਕਰੀਆਂ, ਪਰ ਨਾ ਕਿਸੇ ਦੀ ਜਿਹੜੀ ਉਹ ਪਾਸ ਹੋਈ ਅਰਦਾਸ ਪਹੁੰਚੀ। ਤੇ ਗੁਰੂ ਨਾਨਕ ਦੀ ਗੱਦੀ ਦੀ ਅਰਦਾਸ ਕੀਤੀ ਹੋਈ ਅਰਦਾਸ ਗੁਰੂ ਦੇ ਨਾਨਕ ਦੇ ਚਰਨਾਂ ਦੇ ਵਿੱਚ ਪਹੁੰਚ ਗਈ। ਤੇ ਤੇਰਾ ਜਹਾਜ਼ ਹੁਣ ਇਹ ਸੋਚਦਾ ਮੱਖਣ ਸ਼ਾਹ ਲਵਾਣਾ, ਸਮਾਨ ਅਜੇ ਲਾਹਿਆ ਨਹੀਂ ਬੇੜੇ ਦੇ ਵਿੱਚੋਂ, ਜਹਾਜ਼ ਵਿੱਚੋਂ ਸਮਾਨ ਨਹੀਂ ਅਜੇ ਲਾਹਿਆ। ਪੁੱਛਿਆ ਗੁਰੂ ਨਾਨਕ ਦੀ ਗੱਦੀ ਦੇ ਉੱਤੇ ਇਸ ਵਕਤ ਕੌਣ ਹੈ? ਸਿੱਖਾਂ ਨੇ ਕਿਹਾ ਜੀ ਇਸ ਵਕਤ ਗੁਰੂ ਨਾਨਕ ਦੀ ਗੱਦੀ ਤੇ ਪਤਾ ਨਹੀਂ ਕੌਣ ਹੈ। 8ਵੇਂ ਪਾਤਸ਼ਾਹ ਦਿੱਲੀ ਦੇ ਵਿੱਚ ਜਿਹੜਾ ਨਾ ਉਹ ਸਦਾ ਵਾਸਤੇ ਸੂਰਜ ਕਿਰਨ ਮਿਲੀ, ਜਲ ਕਾ ਜਲ ਹੁਆ ਰਾਮ, ज्योति जो तरली संपूर्ण थिया राम। गुरु हरकृष्ण महाराज जी 7 साल 9 महीने ते कुछ दिनों के गुरु सन, तख्त उत्ते बैठे सी ते दिल्ली दे विच अपने आप नूं सदा वास्ते अलोप हो गए। ते हुण पता ही नहीं 9वां गुरु कौन है। ते 9वें गुरु की ढूंढना करन वास्ते फिर मक्खन शाह लवाना चल पिया। जिवे जिवे अगे ਉਹਨੇ ਢੂੰਡਣਾ ਕਰੀ, ਉਹ ਵਿਚਾਰ ਆਊਗੀ ਤੁਹਾਡੇ ਚਰਨਾਂ ਵਿੱਚ ਅੱਗੇ ਸਾਂਝੀ ਕੀਤੀ। ਇਹ ਲੜੀਵਾਰ ਵਿਚਾਰ ਜਿੰਨੀ ਕਿ ਦਾਸ ਨੂੰ ਬਖਸ਼ੀ ਹੈ ਬੁੱਧ ਮੇਰੇ ਮਾਲਕ ਨੇ, ਕਿਉਂਕਿ ਅੱਗੇ ਉਹ ਜੰਗਾਂ ਯੁੱਧਾਂ ਦਾ ਜਿਹੜਾ ਵਰਣਨ ਸ਼ੁਰੂ ਹੋ ਜਾਂਦਾ ਹੈ। ਮੈਂ ਇੱਥੋਂ ਜੇ ਵਿਚਾਰ ਆਰੰਭ ਕਰ ਲੈਣਾ ਹੁੰਦਾ ਹੈ, ਤੇ ਉਦੋਂ ਨੂੰ ਜਦੋਂ ਨੂੰ 11 12 13 ਪੋਹ ਹੁੰਦਾ, ਉਦੋਂ ਨੂੰ ਸਭ ਜਾਦਿਆਂ ਦੀ ਵਿਚਾਰ ਨੇੜੇ ਲੈ ਜਾਂਦੇ ਆ। ਇਸ ਕਰਕੇ सतगुरु जी कृपा करते हैं। ये लड़ीवार प्रमाण पहला देना पैंदा थोड़ा, चलो इन्हें टिक टका हो जाता, वो तां प्रमाण दे के जी छोटी जी साखी है वो अगे रखी जाती है संगत। भाव इहदा हुंदा भी शरधा वज जाए। चलो खैर आओ जोड़ो सारे, बहुत बहुत धन्यवाद है सारे संगतां दा। बस उन्हां गुरुआं नूं, उन्हां गुरु के छोटे छोटे साहबजादियां नूं याद रखियो। एक पोह तो लैके फिर शहीदी हबत आख्या जांदा है। धन सी वो मां गुजरी, धन सी वो छोटे छोटे लाल। जदों 11 12 13 पोह नूं माता अंमृत वेले उन्हां सज्जे ते खब्बे सब जादियां नूं लई पई सी। उस वक्त माता अंमृत वेले एक दाती माता जागदी, 2 गोद विच पए ने दुलारे। बस ਇਹੋ ਜਿਹੀਆਂ ਪਿਆਰੀਆਂ ਧਾਰਨਾ ਅੰਮ੍ਰਿਤ ਵੇਲੇ ਜਦੋਂ ਵੀ ਕਿਤੇ ਮਨ ਜਿਹੜਾ ਨਾ ਉਹ ਖੜਾ ਵਿੱਚ ਆਵੇ ਜਾਂ ਕਹੇ ਵੀ ਛੱਡੋ ਭਰਾ ਅੱਜ ਕੀ ਕਰਨਾ, ਜਾ ਕੇ ਠੰਡ ਪੈ ਜਾਵੇ। ਕੱਲ ਧੁੰਦ ਬਹੁਤ ਉਤਰੀ ਸਿੱਕੇ ਲੱਗਦੀ, ਅਜੇ ਤਾਂ ਆਉਣਾ ਧੁੰਦ ਦਾ ਸਮਾਂ ਤਾਂ ਅੱਗੇ, ਪਰ ਉਸ ਵਕਤ ਇਹ ਗੱਲ ਜ਼ਰੂਰ ਚੇਤੇ ਆਪਣੇ ਹਿਰਦੇ ਵਿੱਚ ਕਰ ਲਿਓ। ਪਿਆਰ ਵੀ ਠੰਡੇ ਬੁਰਜ ਆਪਣੀ ਸੁਰਤ ਲੈ ਜਿਓ, ਉੱਥੇ ਜਾ ਕੇ ਕਿਹੋ ਉਹ 2 ਗੋਦ ਵਿੱਚ ਪਏ ਨੇ ਦੁਲਾਰੇ, ਇੱਕ ਦਾਤੀ ਮਾਤਾ ਜਾਗਦੀ, 2 ਗੋਦ ਵਿੱਚ ਪਏ ਨੇ ਦੁਲਾਰੇ, ਇੱਕ ਦਾਤੀ ਮਾਤਾ ਜਾਗਦੀ, 2 ਗੋਦ ਵਿੱਚ ਪਏ ਨੇ ਦੁਲਾਰੇ, ਇੱਕ ਦਾਤੀ ਮਾਤਾ ਜਾਗਦੀ, 2 ਗੋਦ ਵਿੱਚ ਪਏ ਨੇ ਦੁਲਾਰੇ, ਇੱਕ ਦਾਤੀ ਮਾਤਾ ਜਾਗਦੀ, ਜੀ 2 ਗੋਦ ਵਿੱਚ ਪਏ ਨੇ ਦੁਲਾਰੇ, ਜੀ ਪਏ ਨੇ ਦੁਲਾਰੇ, ਇੱਕ ਦਾਤੀ ਮਾਤਾ ਜਾਗਦੀ, 2 ਗੋਦ ਵਿੱਚ ਪਏ ਨੇ ਦੁਲਾਰੇ, ਇੱਕ ਦਾਤੀ ਮਾਤਾ
ਜਾਗਦੀ ਉਹ ਗੋਦ ਵਿੱਚ ਪੈ ਦੁਲਾਰੇ ਇੱਕ ਦਾਦੀ ਮਾਤਾ ਜਾਗਦੀ ਉਹ ਗੋਦ ਵਿੱਚ ਪੈ ਦੁਲਾਰੇ ਇੱਕ ਦਾਦੀ ਮਾਤਾ ਜਾਗਦੀ ਆਸੋ ਸਮਤ ਗੁਜਰੀ ਨੂੰ ਸਭ ਜਾਦਿਆਂ ਨੂੰ ਯਾਦ ਕਰਕੇ ਅੰਮ੍ਰਿਤ ਵੇਲੇ ਕਿਤੇ ਤੁਰਿਓ। ਜਦੋਂ ਤੁਹਾਡੇ ਹਿਰਦੇ ਵਿੱਚ ਇਹ ਤਾਰ ਵੱਜਦੀ ਆਈ ਨਾ ਹਾਜ਼ਰੀ, ਉਦੋਂ ਤੋਂ ਤੁਹਾਡੀ ਗੁਰੂ ਦੇ ਚਰਨਾਂ ਵਿੱਚ ਲੱਗਣੀ ਸ਼ੁਰੂ ਹੋ ਜਾਣੀ ਹੈ। ਧੰਨਵਾਦ ਹੈ ਸੰਗਤ ਦਾ। ਮੇਰਾ ਮਾਲਕ ਕਿਰਪਾ ਕਰੇ ਇਸੇ ਤਰ੍ਹਾਂ ਹੀ ਆਪਣਾ ਪਰਿਵਾਰ ਚਰਨਾਂ ਵਿੱਚ ਬਿਠਾ ਕੇ ਅੰਮ੍ਰਿਤ ਵੇਲੇ ਜਾਗਰਤਾ ਦੀਆਂ ਦਾਤਾਂ ਦੇਵੇ। ਸਤਿਕਾਰਯੋਗ ਭਾਈ ਤੋਤਾ ਸਿੰਘ ਜੀ ਢਿੱਲੋਂ ਸਾਹਿਬ, ਉਹਨਾਂ ਦੇ ਪਰਿਵਾਰ ਵੱਲੋਂ ਵੀ ਜੋ ਇੱਕ ਪੋਹ ਤੋਂ ਲੈ ਕੇ ਜਿੱਥੇ ਸ਼ਹੀਦੀ ਹਫ਼ਤਾ ਸ਼ੁਰੂ ਹੋ ਜਾਣਾ ਹੈ, ਉਹਨਾਂ ਸਭ ਜਾਦਿਆਂ ਤੇ ਮਾਤਾ ਗੁਜਰੀ ਦੀ ਯਾਦ ਵਿੱਚ ਇੱਕ ਮਹੀਨਾ ਜਿਹੜੀ ਉਹ ਜੋਤ ਚੱਲਣੀ ਹੈ, ਦਿਨ ਰਾਤ ਅਖੰਡ ਜੋਤ। ਉਹਦੇ ਬਾਅਦ ਤੇ ਭਾਈ ਗੁਰਪ੍ਰੀਤ ਸਿੰਘ ਜੀ, ਭਾਈ ਨਿਰਭੈ ਸਿੰਘ ਜੀ, ਭਾਈ ਤੋਤਾ ਸਿੰਘ ਜੀ, ਸਤਿਕਾਰਯੋਗ ਸਾਡੇ ਮਾਤਾ ਜੀ ਭਾਈ ਲੀਲਾ ਸਿੰਘ ਜੀ ਦੇ ਘਰੋਂ, ਉਹਨਾਂ ਵੱਲੋਂ ਵੀ ਜਿਹੜੀ ਇਹ ਸੇਵਾ ਹੋਈ ਹੈ। ਮਹਾਰਾਜ ਕਿਰਪਾ ਕਰੇ ਸ਼ਹੀਦੀ ਜੋਤ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਹੋਇਆ, ਉਹਨਾਂ ਦੇ ਇਸ ਜੋਤ ਦੇ ਵਿੱਚ ਯੋਗਦਾਨ ਹਿੱਸਾ ਪਾਉਣਗੇ। ਘਿਓ ਲੈ ਕੇ ਆਉਣ, ਬਸ ਕੋਈ ਮਾਇਆ ਦੀ ਲੋੜ ਨਹੀਂ, ਸਾਨੂੰ ਕੁਛ ਨਹੀਂ ਮੰਗਦੇ। ਸੰਗਤ ਕੋਲ ਆਪਣੇ ਹੱਥ ਨਾਲ ਹੀ ਪਾ ਜਾਣੀ ਹੈ ਜੋਤ। ਇੱਥੇ ਜਦੋਂ ਸ਼ੁਰੂ ਹੋ ਜਾਣੀ ਚੱਲਣੀ ਹੈ, ਉਹ ਜਦੋਂ ਤੁਸੀਂ ਸ਼ਹੀਦਾਂ ਦੀ ਯਾਦ ਦੇ ਵਿੱਚ ਜੋ ਜਗਾਓਗੇ, ਸਾਡੇ ਅੰਦਰਲੀਆਂ ਜੋਤਾਂ ਜਿਹੜੀਆਂ ਉਹ ਚੱਲ ਪੈਣਗੀਆਂ। ਸ਼ਹੀਦ ਸਿੰਘ ਜ਼ਰੂਰ ਕਿਰਪਾ ਕਰਨਗੇ, ਬਖਸ਼ਿਸ਼ ਕਰਨਗੇ। ਰਾਮਕਲੀ ਮਹੱਲਾ ਤੀਜਾ। नंद एक ओंकार सतगुर प्रसाद अनंत पाया मेरी माए सतगुरु मैं पाया गुरता पाया सहज की मनुष्या बधाइया सागरतन परिवार सुनिया शब्द गावणिया दोता गाओ हरि तेरा मन जिनी वसाया नानक नंद हुआ सतगुरु मैं पाया ए मन मेरा तू सदा रो वरनालू रो तू मन मेरे दुख सब विसारना अंगीकार करे तेरा कार्य सब सुवार अगला समरथ स्वामी सुख मनो विसारे मन मेरे सदा रो वरनाले आते साहिबा क्या नहीं करते रहे तेरा सब जिसे तो पावे दास पिछला तेरी नाम मन विसावे नाम इनके मन बस्या बाजे शब्द कनेरे नानक सच्चे साहिब क्या नहीं करते रहे सच्चा नाम मेरा दारो साध नाम आधार मेरा जिन भूखा सब गवाइया शांत सुख मने विषया जिन इच्छा सब पुजाइया गुरवान की तागुर बेटो जिन बटियाइया नानक सुनो सुंदर शब्द करो प्यारो सच्चा नाम मेरा आधारो बाजे पंच सब तिजकार सुबग शब्द वाचे फलादित बरतारिया बस किते काल कंठ मारिया परम पाया तो जिनको से नाम हर पे लागे है नानक दास को हो आतित करे न हद बाजे आज सुनो बड़ बाकी हो सगल मनोर को पूरे पार में ब्रह पाया उतरे सगल वो सूरे दुख रोग संताप उतरे सुनी सच्ची वाणी साधन पे दर से पूरे उड़ते जानी सतगुरु है भरपूरे चरण लागे बाजे हद पूरे वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह।